ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਜੀ ਨੇ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਕਿ ਲੜੀਵਾਰ ਜੋ ਕਥਾ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ। ਲੜੀ ਤਹਿਤ ਕੱਲ ਇਹ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਕੀ ਵਡਾਲੀ ਜੋ ਅਵਤਾਰ ਹੁੰਦਾ ਹੈ। ਉਪਰੰਤ ਫਿਰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਵਾਪਸ ਆ ਜਾਂਦੇ ਹਨ। ਇਸ ਉਪਰੰਤ 16ਵੇਂ ਘਰ ਦੇ ਪ੍ਰਸੰਗ ਵਿੱਚ ਇੱਕ ਪੈੜਾ ਨਾਮ ਦੇ ਸਿੱਖ ਨੂੰ ਗੁਰੂ ਮਹਾਰਾਜ ਨੇ ਬਚਨ ਕੀਤਾ, ਭਾਈ ਗੁਰਸਿੱਖਾ ਤੂੰ ਸੰਗਲਾ ਦੀਪ ਜਾ। ਉੱਥੋਂ ਦੇ ਰਾਜੇ ਕੋਲੋਂ ਤੂੰ ਜਾ ਕੇ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੰਦਿਆਂ ਪ੍ਰਾਨ ਸੰਗਲੀ ਨਾਮੇ ਗ੍ਰੰਥ ਉਚਾਰਿਆ ਸੀ, ਉਹ ਲੈ ਕੇ ਆ। ਔਰ ਨਾਲ ਬਚਨ ਕੀਤਾ ਕਿ ਰਸਤੇ ਵਿੱਚ ਤੈਂ ਕਿਤੇ ਵੀ ਉਸ ਗ੍ਰੰਥ ਨੂੰ ਖੋਲ ਕੇ ਪੜ੍ਹਨਾ ਨਹੀਂ ਹੈ। ਤਾਂ ਭਾਈ ਪੈੜਾ ਜੀ ਗਏ ਹਨ ਤੇ ਉਸ ਜਗ੍ਹਾ ਜਿੱਥੇ ਰਾਜਾ ਸ਼ਿਵਨਾਭ ਦਾ ਪਰਿਵਾਰ, ਉਹਦਾ ਉਸ ਸਮੇਂ ਪੋਤਰਾ ਜਿਹੜਾ ਸੀ ਉਹ ਰਾਜ ਕਰਦਾ ਸੀ। ਭਾਈ ਪੈੜਾ ਜੀ ਦਾ ਬਹੁਤ ਸਤਿਕਾਰ ਕੀਤਾ
ਉਹਦਾ ਨਾਮ ਮਇਆ ਮੇਦਨੀ ਹੈ ਰਾਜੇ ਦਾ। ਗੁਰੂ ਕਾ ਹੁਕਮਨਾਮਾ ਸੌਂਪ ਦਿੱਤਾ। ਰਾਜੇ ਨੇ ਸਾਰਾ ਜਾਣ ਕਰਕੇ ਫਿਰ ਉਹ ਪ੍ਰਾਨ ਸੰਗਲੀ ਨਾਮੇ ਗ੍ਰੰਥ ਭਾਈ ਪੈੜਾ ਜੀ ਨੂੰ ਸੌਂਪਿਆ ਤੇ ਭਾਈ ਪੈੜਾ ਜੀ ਨੇ ਆਪਣੇ ਸੀਸ ਤੇ ਰੱਖਿਆ। ਸੀਸ ਪਰ ਰੱਖ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੁਰ ਪਏ। ਤਾਂ ਜਦੋਂ ਗੰਗਾ ਕਿਨਾਰੇ ਆਏ, ਹਰਿਦੁਆਰ ਦਾ ਏਰੀਆ ਇਸ ਜਗ੍ਹਾ ਤੇ ਪਹੁੰਚਿਆ ਹੈ, ਤਾਂ ਇਹ ਰਸਤੇ ਦੇ ਵਿੱਚ ਵੱਡ ਪ੍ਰਤਾਪ ਪੂਰਨ ਸਭ ਭੂ ਪਰ ਜਹ ਕਹਿ ਛਾਏ ਰਹਿਓ ਸਭ ਉੱਪਰ। ਇੱਕ ਉਹਨੂੰ ਰਸਤੇ ਵਿੱਚ ਕੋਈ ਸਾਧ ਮਿਲ ਗਿਆ, ਸਾਧੂ ਮਿਲ ਗਿਆ, ਤੇ ਉਹ ਕੀ ਵੇਖਦਾ ਹੈ ਕਿ ਜਿਹੜੀ ਪੋਥੀ ਹੈ ਸਿਰ ਤੇ ਰੱਖੀ ਹੋਈ ਉਹ ਚਰਜ ਹੈ, ਨਿਰਾਧਾਰ ਪੋਥੀ ਸਿਰਾਵੈ। ਉਹ ਪੋਥੀ ਸਿਰ ਤੇ ਰੱਖੀ ਪਰ ਸਿਰ ਨਾਲੋਂ ਉੱਚੀ ਉੱਠੀ ਹੋਈ ਹੈ, ਪਰ ਉਸ ਸਾਧੂ ਨੂੰ ਹੀ ਦਿਸੀ। ਇਹ ਗੱਲ ਹੋਰ ਨਹੀਂ ਕਿਸੇ ਨੂੰ ਅਜਮਤ ਦਿਸੀ। ਤੇ ਜਿੱਥੇ ਭਾਈ ਪੈੜਾ ਜੀ ਨੇ ਡੇਰਾ ਕੀਤਾ, ਉਹ ਸਾਧੂ ਨੇ ਪੁੱਛਿਆ ਵੀ ਕੌਣ ਹੈ ਤੂੰ, ਕੌਣ ਆਹੋ ਤੁਮ ਕਹਿਤੇ ਆਏ, ਕੈਸੀ ਪੋਥੀ ਦੇਹੋ ਦਿਖਾਏ। ਪੋਥੀ ਕੈਸੀ ਹੈ ਜਿਹੜੀ ਸੀਸ ਤੋਂ ਉੱਪਰ ਹੈ, ਮੈਂ ਇਹ ਵੇਖ ਰਿਹਾ, ਇਹ ਪੋਥੀ ਵਿੱਚ ਕੀ ਹੈ, ਮੈਨੂੰ ਇਹਦੇ ਦਰਸ਼ਨ ਕਰਵਾ। ਕਰੋ ਕਿਰਪਾ ਮੋਹਿ ਸਾਧੂ ਜਾਨ, ਮੈਂ ਆਇਓ ਦਰਸ਼ਨ ਹਿਤ ਠਾਨ। ਮੇਰੇ ਤੇ ਕਿਰਪਾ ਕਰ, ਮੈਨੂੰ ਸਾਧੂ ਜਾਣ ਕੇ ਮੈਂ ਇਹ ਦਰਸ਼ਨ ਕਰਨ ਵਾਸਤੇ ਹੀ ਨਾਲ ਤੇਰੇ ਆਇਆ। ਸੁਣ ਕਰ ਪੈੜੇ ਬਿਨਤੀ ਠਾਨੀ, ਸੰਗਲ ਦੀਪ ਤੇ ਪੋਥੀ ਆਨੀ। ਅੰਮ੍ਰਿਤਸਰ ਗੁਰ ਅਰਜਨ ਧੀਰ, ਚੱਲ ਦੇਖੋ ਤੁਮ ਨਿਜ ਤਿਨ ਕੇ ਤੀਰ। ਆਓ ਇੱਥੋਂ ਅੱਗੇ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਪੈੜੇ ਬਿਨਤੀ ਠਾਨੀ। ਇਹ ਸੁਣ ਕਰਕੇ ਭਾਈ ਪੈੜਾ ਜੀ ਨੇ ਉਹਨੂੰ ਬੇਨਤੀ ਕੀਤੀ, ਸਾਧੂ ਨੂੰ, ਸੰਗਲ ਦੀਪ ਤੇ ਪੋਥੀ ਆਨੀ। ਇਹ ਪੋਥੀ ਜੋ ਹੈ ਸੰਗਲਾ ਦੀਪ ਤੋਂ ਲਿਆਂਦੀ ਹੈ। ਅੰਮ੍ਰਿਤਸਰ ਗੁਰ ਅਰਜਨ ਧੀਰ। ਧੀਰਜਵਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ। ਚੱਲ ਦੇਖੋ ਤੁਮ ਤਿਨ ਕੇ ਤੀਰ। ਜੇ ਤੂੰ ਦਰਸ਼ਨ ਕਰਨੇ ਪੋਥੀ ਦੇ ਇਉਂ ਕਰ ਕਿ ਉਹਨਾਂ ਦੇ ਕੋਲ ਜਾ ਕੇ ਤੂੰ ਵੇਖ ਲੈ, ਦਰਸ਼ਨ ਕਰ ਲੈ। ਗੁਰ ਆਗਿਆ ਮੁਝ ਖੋਲੋ ਨਾਹੀ। ਮੈਨੂੰ ਗੁਰੂ ਕਾ ਹੁਕਮ ਹੈ ਕਿ ਪੋਥੀ ਰਸਤੇ ਵਿੱਚ ਖੋਲ ਕੇ ਨਹੀਂ ਵੇਖਣੀ। ਜਾਂ ਤੇ ਤੁਮ ਪੈ ਬਿਨਤੀ ਪ੍ਰਾਹੀ। ਇਸ ਕਰਕੇ ਮੈਂ ਭਾਈ ਐ ਸਾਧੂ ਤੈਨੂੰ ਇਹ ਬੇਨਤੀ ਕਰਦਾ ਹਾਂ। ਸੁਣ ਕੈ ਸਾਧ ਹਿਰਦੈ ਅਸਠਾਨੀ। ਇਹ ਸੁਣ ਕੇ ਉਹ ਸਾਧ ਨੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਸੋਚ ਲਿਆ, ਚੱਲ ਦੇਖੋ ਗੁਰ ਕੇ ਨਿਕਟਾਨੀ। ਗੁਰੂ ਸਾਹਿਬ ਦੇ ਕੋਲ ਚੱਲਾਂਗੇ, ਵੇਖਾਂਗੇ ਅਸੀਂ ਅਦਭੁਤ ਪੋਥੀ ਦੇ ਵਿੱਚ ਕੀ ਹੈ। ਨਿਸਬਤੀਤ ਕਰ ਪ੍ਰਾਤ ਸ਼ਨਾਨੇ। ਇਉਂ ਰਸਤਾ ਵਿੱਚ ਰਾਤ ਉੱਥੇ ਬਤੀਤ ਕੀਤੀ, ਸਵੇਰ ਵੇਲੇ ਇਸ਼ਨਾਨ ਕੀਤਾ। ਗੁਰੂ ਨਾਮ ਲੈ ਬੰਧਨ ਠਾਨੇ। ਗੁਰੂ ਪਾਤਸ਼ਾਹ ਦਾ ਨਾਮ ਲੈ ਕੇ ਅਰਦਾਸ ਕੀਤੀ, ਬੰਦਨਾ ਕੀਤੀ ਹੈ। ਪੈੜਾ ਸਾਧ ਉਦਾਸੀ ਆਵੇ। ਭਾਈ ਪੈੜਾ ਜੀ ਤੇ ਉਹ ਸਾਧੂ ਜਿਹੜਾ ਉਦਾਸੀ ਸਾਧੂ ਉਹ ਆ ਰਹੇ ਹਨ। ਮਗ ਮਹਿ ਚਰਚਾ ਕਰ ਬਿਗਸਾਵੇ। ਰਸਤੇ ਵਿੱਚ ਚਰਚਾ ਕਰਦੇ ਪ੍ਰਸੰਨ ਹੁੰਦੇ ਹਨ। ਪੈੜੇ ਉਪਜੋ ਕੁਛ ਹੰਕਾਰ। ਭਾਈ ਪੈੜਾ ਜੀ ਦੇ ਅੰਦਰ ਸੂਖਮ ਹੰਕਾਰ ਪੈਦਾ ਹੋਇਆ ਹੈ। ਮੈਂ ਵੱਡ ਗੁਰ ਕੋ ਕਾਰਜ ਸਾਰ।
ਕਿ ਬਹੁਤ ਵੱਡਾ ਕਾਰਜ ਸੀ। ਕਿੱਥੇ ਸੰਗਲਾ ਦੀਪ ਹੈ, ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਮੈਂ ਤੁਰ ਕੇ ਗਿਆ, ਤੁਰ ਕੇ ਆਇਆ। ਇਹ ਗੁਰੂ ਕਾ ਵੱਡਾ ਕਾਰਜ ਜੋ ਹੈ ਉਹ ਮੈਂ ਕੀਤਾ ਹੈ। ਨਿਸਾ ਪਰੀ ਗੁਰਪੁਰ ਮਹਿ ਆਈ। ਇਉਂ ਰਾਤ ਪੈ ਗਈ, ਗੁਰਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਗੁਰ ਢਿਗ ਨਹਿ ਗਾ ਧਾਮ ਸਿਧਾਏ। ਇਹ ਭਾਈ ਪੈੜਾ ਸਾਧੂ ਨੂੰ ਕਹਿੰਦਾ ਵੀ ਕੋਈ ਨਹੀਂ, ਬਸ ਇੱਥੇ ਆ ਗਏ ਆ, ਤੂੰ ਹੁਣ ਕੱਲ ਨੂੰ ਦਰਸ਼ਨ ਕਰ ਲਈ, ਪੋਥੀ ਮਹਾਰਾਜ ਕੋਲੇ ਪਹੁੰਚਦੀ ਕਰ ਦਿੰਨੇ ਆ। ਭਾਈ ਪੈੜਾ ਜੀ ਗੁਰ ਢਿਗ ਨਹਿ ਗਾ ਧਾਮ ਸਿਧਾਏ। ਇਹ ਗੁਰੂ ਮਹਾਰਾਜ ਦੇ ਕੋਲ ਨਹੀਂ ਗਿਆ, ਆਪਣੇ ਘਰ ਨੂੰ ਚਲਿਆ ਗਿਆ। ਪੋਥੀ ਖੋਲ ਪਠੀ ਨਿਸ ਸਾਰੀ। ਤੇ ਇਹਨੇ ਸਾਰੀ ਪੋਥੀ ਖੋਲ ਕੇ ਪ੍ਰਾਣ ਸੰਗਲੀ ਪੜ ਲਈ। ਕਲਾ ਜੋਗ ਕੀ ਸਕਲ ਉਚਾਰੀ। ਉਹਦੇ ਵਿੱਚ ਜੋਗ ਦੀਆਂ ਸਾਰੀਆਂ ਕਲਾ ਜਿਹੜੀਆਂ ਨੇ ਉਹ ਦੱਸੀਆਂ ਹਨ। ਦੁਰਲਭ ਬਾਤ ਅਦਭੁਤ ਗਤ ਦੇਖ। ਬੜੀ ਦੁਰਲਭ ਵਿਚਾਰ ਹੈ ਜੋ ਗੁਰੂ ਸਾਹਿਬ ਦਾ ਉਪਦੇਸ਼। ਇਹ ਅਦਭੁਤ, ਬੜੀ ਹੈਰਾਨੀਜਨਕ ਅਚਰਜ ਗੱਲ ਦੇਖੀ ਕਿ ਇੰਨਾ ਡੂੰਘੀ ਗੱਲ ਸਾਰੀ ਮਹਾਰਾਜ ਨੇ ਜੋਗ ਦੀ ਕਲਾ ਵੀ ਦੱਸੀ ਹੈ। ਸਾਧੇ ਜਿਸ ਅੱਜ ਮਤ ਸੋ ਵਸੇਖ। ਤੇ ਜਿਹੜਾ ਇਸ ਤਰ੍ਹਾਂ ਇਸ ਪੋਥੀ ਵਿੱਚ ਦੱਸਿਆ, ਕੋਈ ਇਹਦੇ ਮੁਤਾਬਕ ਸਾਧਨਾ ਕਰ ਲੇ, ਉਹਦੇ ਵਿੱਚ ਬੇਅੰਤ ਕਰਾਮਾਤਾਂ ਆ ਜਾਣਗੀਆਂ। ਪ੍ਰਭ ਮਾਇਆ ਤਿਸ ਚਿਤ ਭਰਮਾਇਸ। ਤਾਂ ਭਾਈ ਪੈੜਾ ਜੀ ਦੇ ਮਨ ਚ ਆਇਆ, ਆਪਾਂ ਕਿਉਂ ਨਾ ਇਸ ਨੂੰ ਨੋਟ ਕਰ ਲਈਏ ਗੱਲਾਂ, ਫਿਰ ਇਹਦੇ ਮੁਤਾਬਕ ਅਭਿਆਸ ਕਰਾਂਗੇ, ਸ਼ਕਤੀਆਂ ਆ ਜਾਣਗੀਆਂ ਕੋਲ। ਪ੍ਰਭੂ ਦੀ ਮਾਇਆ ਨੇ ਚਿੱਤ ਭਰਮਾ ਲਿਆ ਹੈ। ਕੁਛ ਪ੍ਰਸੰਗ ਨਿਜ ਸਦਨ ਚਰਾਇਸ। ਤੇ ਕੁਝ ਪ੍ਰਸੰਗ ਆਪਣੇ ਘਰ ਵਿੱਚ ਉਸਨੇ ਚੋਰੀ ਕਰ ਲਏ, ਭਾਵ ਵੱਖਰੇ ਲੇਖ ਲਏ। ਭੋਰ ਹੋਤ ਗੁਰ ਢਿਗ ਚਾਲੇ ਆਏ। ਜਦੋਂ ਸਵੇਰ ਹੋਈ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਹੈ। ਪੱਗ ਬੰਦੇ ਨਿਜ ਸੀਸ ਨਿਵਾਏ। ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਭਾਈ ਪੈੜਾ ਜੀ ਨੇ ਸਿਰ ਨਿਵਾਇਆ ਹੈ। ਪੋਥੀ ਭੇਟਾ ਪਾਤੀ ਦੀਨ। ਤੇ ਪੋਥੀ ਜਿਹੜੀ ਹੈ ਉਹ ਵੀ ਭੇਟਾ ਕਰ ਦਿੱਤੀ। ਰਾਜੇ ਵੱਲੋਂ ਲਿਖੀ ਚਿੱਠੀ ਪੱਤਰ ਵੀ ਮਹਾਰਾਜ ਨੂੰ ਦਿੱਤਾ ਹੈ। ਨ੍ਰਿਪਦਿਸ ਤੇ ਬਹੁ ਬੰਧਨ ਕੀਨ। ਫਿਰ ਰਾਜੇ ਦੇ ਵੱਲੋਂ ਬਹੁਤ ਵਾਰ ਬੰਦਨਾ ਕੀਤੀ ਵੀ ਮਹਾਰਾਜ, ਰਾਜੇ ਨੇ ਤੁਹਾਨੂੰ ਬੰਦਨਾ ਕੀਤੀ ਹੈ। ਅੰਤਰਜਾਮੀ ਗੁਰੂ ਪ੍ਰਬੀਨ। ਸਤਿਗੁਰੂ ਅੰਤਰਜਾਮੀ ਪ੍ਰਬੀਨ, ਸਭ ਤਰ੍ਹਾਂ ਕਰਕੇ ਸਿਆਣਪ ਰੂਪ। ਪ੍ਰਬੀਨ ਚਤੁਰ ਸਰੂਪ ਹੈ ਮਹਾਰਾਜ, ਭਾਵ ਚਤੁਰ ਦਾ ਅਰਥ ਹੈ ਜਿਹਨੂੰ ਸਭ ਕੁਝ ਦਾ ਪਤਾ ਹੈ। ਅੰਦਰ ਦੀ ਅੰਤਰਜਾਮਤਾ ਰੱਖਣ ਵਾਲੇ। ਤਿਨ ਹੈ ਕਰੀ ਜੋ ਸਭ ਲਖ ਲੀਨ। ਜੋ ਭਾਈ ਪੈੜਾ ਜੀ ਨੇ ਕੀਤਾ ਸੀ ਉਹ ਮਹਾਰਾਜ ਨੇ ਸਾਰਾ ਜਾਣ ਲਿਆ। ਖੋਲ ਬੇਲੋਕੀ ਪਾਠ ਕਰ ਸੋਈ। ਫਿਰ ਇਹ ਜੋ ਪੋਥੀ ਹੈ ਖੋਲ ਕੇ ਮਹਾਰਾਜ ਨੇ ਵੇਖੀ, ਸਾਰੀ ਪੜ੍ਹ ਕਰਕੇ। ਅਨਕ ਵਿਧਨ ਸਿੱਧ ਦਾ ਇੱਕ ਜੋਈ। ਜੋ ਅਨੇਕਾਂ ਤਰ੍ਹਾਂ ਦੇ ਸਹਿਤ ਸਿੱਧੀਆਂ ਦੇ ਦਾਇਕ ਹੈ, ਭਾਵ ਸਾਰਾ ਇਹਦੇ ਵਿੱਚ ਸਿੱਧੀਆਂ ਬਾਰੇ, ਯੋਗ ਸਾਧਨਾ ਬਾਰੇ, ਕਿਵੇਂ ਕੋਈ ਕਰੇ ਉਹਦੇ ਨਾਲ ਸਿੱਧੀ ਮਿਲੂ। ਆਹੋ ਮਹਾਰਾਜ ਨੇ ਬਹੁਤ ਇਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਦਾ ਉਪਦੇਸ਼ ਉਹ ਦੇਖਿਆ, ਪੜ੍ਹਿਆ ਹੈ। ਸ੍ਰੀ ਅਰਜਨ ਤਬ ਹਿਰਦੈ ਵਿਚਾਰੀ। ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਉਹ ਹਿਰਦੇ ਵਿੱਚ ਵਿਚਾਰਿਆ ਹੈ। ਜੀਵ ਮੰਦ ਮਤ ਕਈ ਕਲ ਭਾਰੀ। ਇਹ ਜਿਹੜਾ ਇੱਥੇ ਕਿੰਨੇ ਹੀ ਐਸੇ ਵੀ ਜੀਵ ਨੇ ਜਿਹੜੇ ਘੱਟ ਬੁੱਧੀ ਹੈ, ਮੰਦ ਭਾਵ ਘੱਟ ਮਤ ਵਾਲੇ। ਇਸ ਕਲਯੁਗ ਦੇ ਵਿੱਚ ਪੋਥੀ ਪਠੈ ਬੁੱਧ ਫਿਰ ਜਾਈ। ਵੀ ਇਸ ਤਰ੍ਹਾਂ ਇਹ ਪੋਥੀ ਪੜ੍ਹ ਕੇ ਉਹਨਾਂ ਦੀ ਤਾਂ ਬੁੱਧੀ ਫਿਰ ਜੂ,
ਉਹ ਤਾਂ ਫਿਰ ਸ਼ਕਤੀਆਂ ਦੁਨੀਆ ਨੂੰ ਆਏ, ਜਿਵੇਂ ਭਾਈ ਪੈੜਾ ਜੀ ਦੇ ਮਨ ਵਿੱਚ ਹੀ ਆ ਗਈ ਪਹਿਲੀ ਵਾਰੀ ਪੜਨ ਨਾਲ, ਆਪਾਂ ਆਹ ਕੰਮ ਕਰਾਂਗੇ, ਇਹਦੇ ਨਾਲ ਤੇਰਾ ਆਇਆ ਸਿੱਧੀ ਆਜੂ। ਹੁਣ ਕਈ ਵਾਰ ਇਸੇ ਤਰ੍ਹਾਂ ਹੁੰਦਾ ਹੈ ਨਾ, ਜਿਵੇਂ ਹੁਣ ਹਮਜਾ ਗੌਸ ਚਲੀਸਾ ਕੱਢਦਾ ਸੀ, ਉਹ ਇਹੀ ਭਾਵਨਾ ਸੀ ਗਰਕ ਕਰਨਾ ਇਹ ਸ਼ਹਿਰ। ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਰਿੱਧੀਆਂ ਸਿੱਧੀਆਂ ਤੋਂ ਸਰਬੱਤ ਦੇ ਭਲੇ ਦਾ ਕੰਮ ਨਾ ਲੈ ਕੇ ਨਿਜ ਲਈ ਵਰਤਦੇ, ਤਾਂ ਫਿਰ ਮਹਾਰਾਜ ਨੇ ਕਿਹਾ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਈ। ਇਸ ਕਰਕੇ ਮਹਾਰਾਜ ਜਾਣਿਆ ਵੀ ਜਿਹੜੇ ਫਿਰ ਉਹ ਘੱਟ ਮੱਤ ਵਾਲੇ ਆ ਕਲਯੁਗ ਦੇ ਵਿੱਚ, ਉਹ ਪੋਥੀ ਨੂੰ ਪੜ੍ਹ ਕੇ ਉਹਨਾਂ ਦੀ ਬੁੱਧੀ ਫਿਰ ਜਾਣੀ ਹੈ। ਉਹ ਤਾਂ ਫਿਰ ਜਿਵੇਂ ਹੁੰਦਾ ਵੀ ਆਹ ਪੜ੍ਹ ਲਿਆ ਕੁਛ ਮੰਤਰ ਤੇ ਫਲਾਣਾ ਬਸ ਹੋ ਜਾਊਗਾ, ਐਂ ਹੋ ਜਾਊ, ਇਹੋ ਜਿਹੀਆਂ ਗੱਲਾਂ। ਫਿਰ ਇਹ ਜਿਹੜੇ ਲੋਕ ਗਿਆਨਹੀਣੇ ਆ, ਉਹ ਤਾਂ ਇਸ ਪਾਸੇ ਨੂੰ ਗੱਲ ਲੈ ਜਾਣਗੇ, ਉੱਥੇ ਪਠੈ ਬੁੱਧ ਫਿਰ ਜਾਈ, ਇਹਨਾਂ ਦੀ ਬੁੱਧੀ ਫਿਰ ਜਾਵੇਗੀ। ਗਿਆਨਹੀਨ ਜਗ ਸਿੱਧ ਕਹਾਈ। ਇਸ ਕਰਕੇ ਗਿਆਨ ਤੋਂ ਹੀਣੇ ਲੋਕ ਆਪਣੇ ਆਪ ਨੂੰ ਜਗਤ ਵਿੱਚ ਸਿੱਧ ਕਹਾਉਣਗੇ, ਸਿੱਧੀਆਂ ਦੇ ਮਾਲਕ ਕਹਾਉਣਗੇ। ਜਾਂ ਤੇ ਉਚਿਤ ਨ ਪੋਥੀ ਰਾਖੈ। ਇਸ ਕਰਕੇ ਪੋਥੀ ਨੂੰ ਇਸ ਤਰ੍ਹਾਂ ਰੱਖਣਾ ਉਚਿਤ ਨਹੀਂ। ਅਰਿਸ ਕਰ ਪੈੜੇ ਕੋ ਤਬ ਭਾਖੈ ਹੈ। ਮਹਾਰਾਜ ਨੇ ਗੁੱਸੇ ਰੋਸ ਵਿੱਚ ਹੋ ਕੇ ਭਾਈ ਪੈੜੇ ਨੂੰ ਇਹ ਬਚਨ ਕਹੇ, ਜੋ ਪ੍ਰਸੰਗ ਇਸ ਤੇ ਨਿਕਸਾਇਓ। ਜਿਹੜੇ ਪ੍ਰਸੰਗ ਤੂੰ ਇਹਦੇ ਵਿੱਚੋਂ ਕੱਢੇ ਹਨ, ਸੋ ਭੀ ਚਾਹੀਏ ਇਹਾਂ ਮਿਲਾਇਓ। ਭਾਈ ਪੈੜਾ ਉਹ ਵੀ ਪ੍ਰਸੰਗ ਲਿਆ ਕੇ ਦੇ ਵਿੱਚ ਹੀ ਮਿਲਾਈਏ। ਸੋ ਮੰਗਾਏ ਸਾਰ ਕਰਿਓ ਪ੍ਰਵਾਹੇ। ਉਹ ਗੁਰਮੁਖੋ ਮੰਗਾ ਕਰਕੇ ਭਾਈ ਪੈੜੇ ਤੋਂ ਫਿਰ ਮਹਾਰਾਜ ਨੇ ਪੋਥੀ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ। ਆਚਰਜ ਭਏ ਆਚਰਜ ਦੇਖ ਭਏ ਸਿੱਖ ਤਾਹੇ। ਸਿੱਖ ਵੇਖ ਕੇ ਬਹੁਤ ਹੈਰਾਨ ਹੋਏ ਹਨ, ਦੇਖ ਸਾਧ ਬਿਸਮਤ ਹੋਏ ਭਾਰੀ। ਉਹ ਉਦਾਸੀ ਸਾਧੂ ਵੀ ਵੇਖ ਕੇ ਬਹੁਤ ਹੀ ਬਿਸਮਾਦ ਅਚਰਜ ਹੋਇਆ। ਗੁਰ ਪਦ ਨਿਕਟ ਜੋ ਸੋ ਬਿਨੈ ਉਚਾਰੀ। ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਪਾਸ ਉਹ ਸਾਧੂ ਨੇ ਬੇਨਤੀ ਕੀਤੀ, ਮਹਾਰਾਜ ਮੁਝ ਸੋਨੇ ਅਰਦਾਸ। ਹੇ ਮਹਾਰਾਜ ਜੀ, ਮੇਰੀ ਬੇਨਤੀ ਸੁਣੋ। ਦੂਰ ਹੋਤੇ ਆਵਾ ਧਰ ਆਸ। ਮਹਾਰਾਜ ਮੈਂ ਤਾਂ ਬਹੁਤ ਦੂਰੋਂ ਇਹ ਆਸਾ ਧਾਰ ਕੇ ਆਇਆ ਸੀ, ਪੜ੍ਹੋ ਲਿਖੋ ਪੋਥੀ ਇਹ ਜੋਈ। ਇਸ ਪੋਥੀ ਵਿੱਚ ਜੋ ਹੈ ਉਹ ਪੜਾਂਗਾ, ਇਹਦੇ ਵਿੱਚੋਂ ਲਿਖਾਂਗਾ ਕੁਝ। ਲਾਭ ਅਦਕ ਜਾਂ ਤੇ ਮੋਹਿ ਹੋਈ। ਇਸ ਕਰਕੇ ਆਇਆ ਸੀ ਵੀ ਜਿਹਦੇ ਕਰਕੇ ਮੈਨੂੰ ਵੀ ਬਹੁਤ ਲਾਭ ਹੋਵੇਗਾ। ਅਬ ਅਸ ਦੇਖ ਅਧੀਰਜ ਹੋਇਓ। ਹੁਣ ਐਸਾ ਕੁਝ ਵੇਖ ਕੇ ਮੈਂ ਤਾਂ ਧੀਰਜ ਤੋਂ ਰਹਿਤ ਹੋ ਗਿਆ। ਅਸ ਕਹਿ ਚਰਨਨ ਪਰ ਸੁਧ ਖੋਇਓ। ਇਸ ਤਰ੍ਹਾਂ ਕਹਿ ਕੇ ਚਰਨਾਂ ਤੇ ਡਿੱਗ ਪਿਆ, ਸੁਧ ਬੁੱਝ ਜੀ ਖੋ ਬੈਠਾ। ਸਾਧ ਦਸਾ ਸਿੱਖ ਗੁਰੂ ਕਿਰਪਾਲਾ। ਸਾਧ ਦਸਾ ਦੇਖ ਗੁਰੂ ਕਿਰਪਾਲਾ। ਉਹ ਸਾਧੂ ਵੱਲ ਵੇਖ ਕੇ ਕਿਰਪਾਲੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਇੱਛਾ ਕੱਢ ਲਿਓ ਤਤ ਕਾਲਾ। ਮਹਾਰਾਜ ਕਹਿੰਦੇ ਚੰਗਾ, ਫਿਰ ਜਿਹੜੀ ਤੇਰੀ ਇੱਛਾ ਹੋ ਕਰ ਤੁਰੰਤ। ਇਹ ਸਰੋਵਰ ਵਿੱਚੋਂ ਤੂੰ ਪੋਥੀ ਕੱਢ ਲੈ। ਸ੍ਰੀ ਚੰਦ ਕਾ ਵੇਖ ਤੂੰ ਹੈ। ਤੇਰਾ ਜਿਹੜਾ ਭੇਸ਼ ਹੈ ਉਦਾਸੀ ਬਾਬਾ ਸ੍ਰੀ ਚੰਦ ਜੀ ਵਾਲਾ ਹੈ। ਇਹੋ ਸਾਧਨ ਕੀ ਵਸਤ ਸੋ ਹੈ। ਇਹ ਤਾਂ ਜਿਹੜਾ ਕਹਿੰਦੇ ਭੇਖ ਆ, ਮਹਾਰਾਜ ਕਹਿੰਦੇ ਉਦਾਸੀ ਇਹੀ ਸਾਧਨ ਕਹਿੰਦੇ ਸਿੱਧੀਆਂ ਦੀ ਵਸਤੂ ਹੈ। ਸੁਨ ਕਰ ਸਾਧ ਭਇਓ ਸਾਵਧਾਨ। ਇਹ ਸੁਣ ਕੇ ਜਿਹੜਾ ਸਾਧੂ ਸੀ ਇੱਕਦਮ ਸੁਚੇਤ ਹੋਇਆ। ਭੀ ਸਤ ਗੁਰ ਕੀ ਕਿਰਪਾ ਮਹਾਨ। ਫਿਰ ਵੀ ਕਹਿੰਦਾ ਗੁਰੂ ਸਾਹਿਬ ਦੀ ਵੱਡੀ ਕਿਰਪਾ ਹੋ ਗਈ।
ਸ਼ੀਗਰ ਪਰਵਸ ਸਰ ਕੱਢ ਸੋ ਲੀਨ। ਬਹੁਤ ਛੇਤੀ ਸਰੋਵਰ ਵਿੱਚ ਪ੍ਰਵੇਸ਼ ਕਰਕੇ ਇਉਂ ਉਹ ਪੋਥੀ ਜਿਹੜੀ ਹੈ ਕੱਢ ਲਈ ਹੈ। ਹੋਏ ਪ੍ਰਸੰਨ ਗੁਰ ਤਾਂ ਕੋ ਦੀਨ। ਗੁਰੂ ਸਾਹਿਬ ਨੇ ਫਿਰ ਪ੍ਰਸੰਨ ਹੋ ਕੇ ਉਹ ਸਾਧੂ ਨੂੰ ਪੋਥੀ ਦੇ ਦਿੱਤੀ। ਪੈੜਾ ਖੜੋ ਅਗਰ ਕਰ ਜੋਰੇ। ਭਾਈ ਪੈੜਾ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜ ਗਏ। ਖੇਮਾ ਕਰੀ ਸਤਿਗੁਰੂ ਬਹੋਰੇ। ਤੇ ਫਿਰ ਮਹਾਰਾਜ ਤੋਂ ਖਿਮਾ ਮੰਗਦਾ। ਸਤਿਗੁਰੂ ਨੇ ਉਸ ਨੂੰ ਖਿਮਾ ਕਰ ਦਿੱਤੀ। ਭੂਲ ਚੂਕ ਆਪਣੀ ਬਖਸ਼ਾਈ। ਭਾਈ ਪੈੜਾ ਜੀ ਨੇ ਵੀ ਆਪਣੀ ਭੁੱਲ ਚੁੱਕ ਬਖਸ਼ਾਈ। ਮਹਾਰਾਜ ਤੁਹਾਡੇ ਹੁਕਮ ਦੀ ਮੈਂ ਅਦੂਲੀ ਕੀਤੀ। ਮੈਂ ਘਰ ਲਿਜਾ ਕੇ ਪੋਥੀ ਪੜ੍ਹੀ, ਇਹਦੇ ਵਿੱਚੋਂ ਪ੍ਰਸੰਗ ਕੱਢ ਲਏ। ਇਹ ਮੇਰੀ ਗਲਤੀ ਹੈ। ਰਾਹ ਹਕੀਕਤ ਸਕਲ ਸੁਨਾਈ। ਫਿਰ ਸਾਰੀ ਰਸਤੇ ਦੀ ਹਕੀਕਤ ਕਿ ਕਿਵੇਂ ਹੋਇਆ ਉਹ ਸਾਰੀ ਮਹਾਰਾਜ ਨੂੰ ਸੁਣਾਈ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਪੰਜਵੇਂ ਮਹੱਲੇ ਦੀ ਕਥਾ ਹੈ। ਪ੍ਰਾਨ ਸੰਗਲੀ ਲਿਆਵਨ ਪ੍ਰਸੰਗ ਵਰਣਨੰ। ਇਹਦੇ ਵਿੱਚ ਪ੍ਰਾਨ ਸੰਗਲੀ ਲਿਆਉਣ ਦਾ ਜੋ ਪ੍ਰਸੰਗ ਹੈ ਵਰਣਨ ਕੀਤਾ ਹੈ। ਨਾਮ ਖਸ਼ਟ ਦਸਮੋ ਮੰਦਰ ਹੈ ਜੋ 16ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 17ਵੇਂ ਘਰ ਦਾ ਪ੍ਰਸੰਗ ਦੱਸ ਰਹੇ ਨੇ ਕਿ ਮਹਾਰਾਜ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਜੋ ਹੈ ਉਹ ਕਿਵੇਂ ਸਾਰੀ ਬਾਣੀ ਇੱਕ ਗ੍ਰੰਥ ਰੂਪ ਵਿੱਚ ਇਕੱਤਰ ਕਰਨੀ। ਉਹ ਭਾਈ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਦੇ ਰਹੇ ਹਨ। ਆਗੇ ਸਤਿਗੁਰ ਕੀ ਕਥਾ ਜਸ ਸ੍ਰੀ ਗ੍ਰੰਥ ਬਨਾਏ। ਅੱਗੇ ਭਾਈ ਹੁਣ ਸਤਿਗੁਰੂ ਜੀ ਦੀ ਉਹ ਕਥਾ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਾਇਆ ਹੈ। ਗੋਰਨ ਗਿਰਾ ਇੱਕ ਥਲ ਕਰੀ ਸੁਨ ਸਰੋਤਾ ਸੁਖਦਾਈ। ਜਿਵੇਂ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਜਗ੍ਹਾ ਇਕੱਤਰ ਕਰੀ ਹੈ। ਹੇ ਭਾਈ ਸਰੋਤਾ ਜਨੋ ਇਹ ਸੁਖਦਾਇਕ ਕਥਾ ਸਰਵਣ ਕਰੋ। ਨਿਸ਼ਾਨੀ ਛੰਦ ਇਮ ਸ੍ਰੀ ਅਰਜਨ ਸਤਿਗੁਰੂ। ਇਸ ਤਰ੍ਹਾਂ ਭਾਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਹਿ ਸਮਾਂ ਬਿਤਾਇਓ। ਅੰਮ੍ਰਿਤਸਰ ਸਾਹਿਬ ਇੱਥੇ ਸਮਾਂ ਬਤੀਤ ਕਰ ਰਹੇ ਨੇ। ਗਿਆਨ ਸ਼੍ਰੋਮਣ ਧੀਰ ਮ੍ਰਿਦ। ਜੋ ਕਿ ਗਿਆਨ ਦੇ ਸ਼੍ਰੋਮਣੀ ਵੱਡੇ ਧੀਰਜਵਾਨ। ਮ੍ਰਿਦ ਦਾ ਭਾਵ ਹੁੰਦਾ ਹੈ ਕੋਮਲ, ਬੇਅੰਤ ਕੋਮਲ। ਬਚ ਮਧੁਰ ਸੁਹਾਇਓ। ਮਿੱਠੇ ਬਚਨ ਉਚਾਰ ਰਹੇ ਆ, ਉਪਦੇਸ਼ ਦਿੰਦੇ ਸੋਭਦੇ ਨੇ। ਇੱਕ ਦਿਨ ਬੈਠੇ ਗੁਰੂ ਜੀ। ਇੱਕ ਦਿਨ ਸਤਿਗੁਰੂ ਬਿਰਾਜਮਾਨ ਹਨ। ਬਹੁ ਸਭਾ ਲਗਾਏ। ਵੱਡਾ ਦੀਵਾਨ ਸਜਿਆ ਹੈ। ਉਪਦੇਸ਼ਤ ਸਤਨਾਮ ਕੋ। ਸੱਚੇ ਨਾਮ ਦਾ, ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇ ਰਹੇ ਹਨ। ਚਖ ਕਰਨਾ ਛਾਏ। ਚਖ ਨਾਮ ਨੇਤਰਾਂ ਦਾ ਹੈ। ਨੇਤਰਾਂ ਵਿੱਚ ਕਰਨਾ ਕਿਰਪਾ ਛਾਈ ਹੈ। ਗੁਰੂ ਉਦਾਸ ਸਿੱਖ ਜੋਰ ਕਰ। ਤੋਇਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਸੇਵਕ ਸਾਰੇ ਹੱਥ ਜੋੜ ਕੇ ਕਹਿ ਗੁਰ ਸੁਨ ਲੀਜੈ। ਜਾਂ ਭਾਈ ਗੁਰਦਾਸ ਇਤਿਆਦਿਕ ਸਾਰੇ ਕਹਿਣ ਲੱਗੇ ਸਤਿਗੁਰੂ ਜੀ ਬੇਨਤੀ ਸੁਣੋ। ਬਹੁਤ ਕਵੀ ਮਤ ਚਤੁਰ ਅਤ। ਮਹਾਰਾਜ ਕੁਝ ਐਸੇ ਕਵੀ ਜਿਹੜੇ ਬੜੇ ਮਤ ਦੇ ਚਲਾਕ ਹਨ। ਤਿੰਨ ਕਰਮ ਲਖੀਜੈ। ਉਹਨਾਂ ਦੇ ਮਹਾਰਾਜ ਤੁਸੀਂ ਇਹ ਕਰਮ ਜਾਣ ਲਓ। ਬਹੁਤ ਬਨਾਵਤ ਸ਼ਬਦ ਕੋ। ਮਹਾਰਾਜ ਇਸੇ ਤਰ੍ਹਾਂ ਬਾਣੀ ਵਾਂਗੂ ਬੜੇ ਸ਼ਬਦ ਆਪਦੇ ਬਣਾਉਂਦੇ। ਨਿਜ ਬੁੱਧ ਅਨੁਸਾਰੀ। ਜੋ ਆਪਣੀ ਬੁੱਧੀ ਦੇ ਮੁਤਾਬਕ
ਸ੍ਰੀ ਨਾਨਕ ਕਾ ਨਾਮ ਸ਼ੁਭ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਪਵਿੱਤਰ ਨਾਮ ਹੈ, ਧਰ ਦੇਤ ਮਝਾਰੀ। ਉਹ ਵੀ ਮਹਾਰਾਜ ਜੀ ਵਿੱਚ ਸ਼ਬਦਾਂ ਦੇ ਲਿਖ ਦਿੰਦੇ ਹਨ, ਕੋਈ ਸਕੈ ਪਛਾਣ ਕਰ। ਮਹਾਰਾਜ ਕੋਈ ਹੋਈ ਹੈ ਜਿਹੜਾ ਉਹਨਾਂ ਦੀ ਪਹਿਚਾਣ ਕਰ ਸਕਦਾ ਹੈ। ਕੋ ਸਕੇ ਨਾ ਜਾਣੀ। ਬਹੁਤੇ ਮਹਾਰਾਜ ਕੋਈ ਨਹੀਂ ਜਾਣ ਸਕਦੇ ਕਿ ਵਾਕਈ ਗੁਰੂ ਸਾਹਿਬਾਂ ਦਾ ਸ਼ਬਦ ਹੈ ਜਾਂ ਕਿਸੇ ਕਵੀ ਨੇ ਉਚਾਰਿਆ ਹੈ। ਅਲਪ ਮਤੀ ਆਸ਼ੈ ਗੁਰੂ। ਮਹਾਰਾਜ ਜੀ ਜਿਹੜੇ ਅਸੀਂ ਅਲਪ ਮਤ ਵਾਲੇ ਹਾਂ, ਇਸ ਆਸ਼ੇ ਦੇ ਵਿੱਚ ਹੈ ਸਤਿਗੁਰੂ ਜੀ ਕਿਮ ਸਕਹਿ ਪਛਾਨੀ। ਤੇ ਮਹਾਰਾਜ ਭਲਾ ਸੀ ਦੱਸੋ ਸਾਰੇ ਕਿਵੇਂ ਪਛਾਣ ਸਕਦੇ ਹਾਂ। ਰਲ ਜੈ ਹੈ ਇਮ ਸਕਲ ਹੀ। ਇਸ ਤਰ੍ਹਾਂ ਦਾ ਫਿਰ ਮਹਾਰਾਜ ਹੁਣ ਆਮ ਜਿਹੜਾ ਨਵਾਂ ਸਿੱਖ ਨੂੰ ਪਹਿਚਾਣ ਕੋਈ ਨਹੀਂ ਹੈ, ਤੇ ਇਹ ਤਾਂ ਫਿਰ ਸਾਰੀ ਬਾਣੀ ਵਿੱਚ ਰਲਾਵਟ ਹੋ ਰਲ ਜਾਵੇਗੀ। ਗੁਰਮਤਿ ਬਿਗੜੈ ਹੈ। ਇਸ ਤਰ੍ਹਾਂ ਤਾਂ ਮਹਾਰਾਜ ਜੀ ਗੁਰਮਤਿ ਨੂੰ ਵਿਗਾੜ ਕੇ ਪੇਸ਼ ਕਰਨਗੇ। ਕੋ ਬਿਦ ਕੋ ਕਿਸ ਬਿਦ ਕੋ ਕਿਸੂ ਬਿਦ। ਇਹ ਮਹਾਰਾਜ ਵੇਖ ਲਓ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਦੇ ਬਾਣੀ ਉਚਰੈ ਹੈ। ਇਹ ਬਾਣੀ ਜਿਹੜੀ ਆਪਦੀ ਮਤ ਨਾਲ ਉਚਾਰਦੇ ਹਨ। ਸੁਣ ਕਰ ਲੱਗੇ ਵਿਚਾਰਨੇ। ਤਾਂ ਇਹ ਸੁਣ ਕੇ ਸਤਿਗੁਰੂ ਜੀ ਵਿਚਾਰਨ ਲੱਗੇ। ਜਗ ਕੀ ਕਲਿਆਣਾ। ਕਿ ਹੁਣ ਜਗਤ ਦਾ ਜਿਹੜਾ ਕਲਿਆਣ ਹੈ ਤੇ ਗੁਰਬਾਣੀ ਨਾਲ ਹੋਣਾ, ਹੋਰ ਤਾਂ ਕਿਸੇ ਨਾਲ ਹੋਣਾ ਨਹੀਂ ਹੈ। ਇਸ ਕਰਕੇ ਦੇਖੋ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾਉਨੇ ਆ, ਤੇ ਜਿਹੜੇ ਹੁਣ ਮਹਾਰਾਜ ਦਾ ਪ੍ਰਕਾਸ਼ ਨਾ ਕਰਾਊ ਕੋਈ, ਉਹਦੀ ਕਦੇ ਵੀ ਕਲਿਆਣਤਾ ਨਹੀਂ ਹੋ ਸਕਦੀ ਹੈ, ਮੁਕਤੀ ਨਹੀਂ ਹੋ ਸਕਦੀ ਹੈ। ਉਹ ਭਰਮ ਦਾ ਫਿਰੂ 84 ਦੇ ਚੱਕਰ ਵਿੱਚ। ਇਸ ਕਰਕੇ ਵੀ ਭਾਵੇਂ ਹੁਣ ਨਕਲਾਂ ਤਾਂ ਬਹੁਤ ਕਰਦੇ ਆ, ਕਿੰਨੀ ਦੁਨੀਆ ਨੇ ਹੁਣ ਵੀ ਹੈ, ਕਈ ਆਪਦੀਆਂ ਕਿਤਾਬਾਂ ਲਿਖੀ ਜਾਂਦੇ ਬਾਣੀ ਵਾਂਗੂ ਕਵਿਤਾ ਜੀਆਂ, ਤੇ ਹੋਰ ਕਿੰਨਾ ਕੁਛ ਭਾਵੇਂ ਲਿਖੀ ਜਾਣ, ਤੇ ਉਹ ਕਲਿਆਣ ਨਹੀਂ ਨਾ ਕਰ ਸਕਦੀਆਂ, ਮੁਕਤੀ ਨਹੀਂ ਦੇ ਸਕਦੀਆਂ ਹੈ। ਨਕਲ ਮਾਰ ਮਾਰ ਕਿਹੜੇ ਕਿਹੜੇ ਗ੍ਰੰਥ ਕਈਆਂ ਲਿਖ ਲਏ ਵੀ ਆਏ ਅਸੀਂ ਸਾਡੀ ਹੈ, ਬਹੁਤ ਬਣਾਏ ਹੋਏ ਨੇ। ਜਿਵੇਂ ਭਗਤ ਰਵਿਦਾਸ ਜੀ ਮਹਾਰਾਜ, ਉਹਨਾਂ ਦੇ ਹੁਣ 40 ਸ਼ਬਦ ਹੈ 16 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ। ਤੇ ਕਈ ਹੁਣ ਉਹ ਬਾਬੇ ਫਿਰ ਉਹ ਦਾਅਵਾ ਕਰਦੇ ਜੀ ਅਸੀਂ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਆ। ਉਹਨਾਂ ਨੇ 40 ਸ਼ਬਦ ਹੋਰ ਇਧਰੋਂ ਉਧਰੋਂ ਇਕੱਠਾ ਕਰਕੇ ਆਪਦੀਆਂ ਗੱਲਾਂ ਤੇ ਗ੍ਰੰਥ ਬਣਾ ਲਿਆ, ਤੇ ਉਹਦਾ ਪ੍ਰਕਾਸ਼ ਕਰਨ ਲੱਗ ਗਏ। ਇਹ ਬੜੀ ਇੱਕ ਸਾਜ਼ਿਸ਼ ਚੱਲਦੀ ਹੈ ਕਈ ਜਗ੍ਹਾ ਤੇ। ਫਿਰ ਭਗਤ ਰਵਿਦਾਸ ਜੀ ਦੇ ਨਾਮ ਤੇ ਦੇਖੋ ਮੰਦਿਰ ਬਣਾ ਲਏ। ਉਹ ਸਮਾਂ ਭਗਤ ਰਵਿਦਾਸ ਜੀ ਉਹਨਾਂ ਦੇ ਮੰਦਿਰ ਗਏ ਹੀ ਨਹੀਂ ਉਹ ਤਾਂ, ਤੇ ਉਹਨਾਂ ਦੇ ਨਾਂ ਦੇ ਬਣਾ ਕੇ ਉੱਥੇ ਫਿਰ ਉਹ ਪਤਾ ਨਹੀਂ ਨਾਂ ਕੀ ਰੱਖਿਆ ਆਦਬਾਣੀ ਜਾਂ ਇਸ ਤਰ੍ਹਾਂ ਉਹ ਪ੍ਰਕਾਸ਼ ਕਰਨ ਲੱਗ ਗਏ। ਤੇ ਹੁਣ ਭਗਤ ਰਵਿਦਾਸ ਜੀ ਦੇ ਤਾਂ ਸਮੁੱਚੀ ਜਿਹੜੀ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਜਿਹਦੇ ਵਿੱਚ ਜੋ ਨਿਰਾਕਾਰ ਬ੍ਰਹਮ ਨਾਲ ਜੁੜਨ ਦਾ ਹੀ ਉਪਦੇਸ਼ ਹੈ। ਕੋਈ ਭਗਤ ਰਵਿਦਾਸ ਜੀ ਦੀ 40 ਸ਼ਬਦਾਂ ਦੀ ਵਿਆਖਿਆ ਪੜ੍ਹ ਲਓ ਤਾਂ ਕਿਤੇ ਵੀ ਭਗਤ ਜੀ ਨੇ ਮੂਰਤੀ ਪੂਜਾ ਨੂੰ ਜਿਹੜਾ ਹੈ ਉਹ ਨਹੀਂ ਕਿਹਾ ਕਰਨ ਵਾਸਤੇ, ਸਗੋਂ ਖੰਡਨ ਕੀਤਾ ਹੈ। ਪਰ ਹੈਰਾਨੀ ਹੁੰਦੀ ਹੈ ਭਗਤ ਰਵਿਦਾਸ ਜੀ ਦੀਆਂ ਮੂਰਤੀਆਂ ਬਣਾ ਲਈਆਂ ਮੰਦਿਰਾਂ 'ਚ, ਕਿੱਧਰਲੇ ਪਾਸੇ ਨੂੰ ਤੋਰ ਲਿਆ। ਤੇ ਉਹ ਹੁਣ ਬਹੁਤ ਜਗ੍ਹਾ ਤੇ ਕਹਿੰਦੇ ਵੀ ਐਂ ਕਰੋ, ਆਹ ਪ੍ਰਕਾਸ਼ ਕਰੋ ਤੁਸੀਂ ਆਪਣਾ ਗ੍ਰੰਥ। ਜਾਤਾਂ ਪਾਤਾਂ ਦੇ ਨਾਂ ਤੇ ਉਹ ਵੰਡਣ ਲੱਗੇ ਹੋਇਆ ਸਾਧ ਜੇ। ਤੇ ਹੋਇਆ ਉਹ ਇਹਦਾ ਇਹ ਆ ਵੀ ਕਿੰਨਾ ਕੁ ਮਰਜ਼ੀ, ਪਰ ਕਲਿਆਣਤਾ ਨਹੀਂ ਹੋਣੀ। ਕੱਚੀਆਂ ਪਿੱਲੀਆਂ ਗੱਲਾਂ ਨਾਲ ਕਲਿਆਣਤਾ ਥੋੜ੍ਹਾ ਹੋਵੇਗੀ। ਇਹ ਬਾਣੀ ਹੈ ਧੁਰਕੀ, ਤੇ ਜਿਹੜੇ 40 ਸ਼ਬਦ ਨੇ ਸਾਰੀ ਬਾਣੀ ਧੁਰਕੀ ਬਾਣੀ ਹੈ। ਇੱਕ ਵਿੱਚ ਹੋਰ ਰਲਾ ਕੇ ਆਪਦੀ ਮਰਜ਼ੀ ਨਾਲ ਪਾ ਲੈਣੇ ਆ, ਉਹ ਫਰਕ ਨਹੀਂ ਹੈ। ਕਿੱਥੇ ਭਗਤ ਰਵਿਦਾਸ ਜੀ ਨੇ ਉਹ 40 ਸ਼ਬਦ ਜਿਹੜੇ ਧੁਰਕੀ ਬਾਣੀ ਰੂਪ ਵਿੱਚ ਉਚਾਰੇ ਆ, ਕਿੱਥੇ ਐਵੇਂ ਉਹਨਾਂ ਦੇ ਨਾਂ ਤੇ ਉਚਾਰ ਲਿਆ ਆਪਦੇ ਬੰਦਿਆਂ ਨੇ, ਹੋਰ ਨਾਂ ਦੇਤਾ ਜੀ। ਇਹ ਵੀ ਆਖੇ ਉਹਨਾਂ ਦੀ ਬਾਣੀ ਸੀਗੀ, ਬਹੁਤ ਬਾਣੀ। ਤੇ ਉਹ ਜੋ ਉਹਨਾਂ ਨੇ ਤੱਤ ਸਿਧਾਂਤ ਕਹਿਣਾ, ਇਸ ਤਰ੍ਹਾਂ ਦਾ ਭਗਤ ਸੂਰਦਾਸ ਜੀ ਆ, ਇੱਕੋ ਹੀ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਛਾੜ ਮਨ ਹਰ ਬਿਮੁਖਨ ਕੋ ਸੰਗ। ਇਹਦੇ ਮਨਾਂ ਰੱਬ ਛੱਡੀ ਬੈਠਾ, ਬੇਮੁਖ ਬੰਦਿਆਂ ਦਾ ਸੰਗ ਕਰਦਾ। ਤਾਂ ਇਹਦੇ ਵਿੱਚ ਹੀ ਸਾਰੀ ਗੱਲ ਕਹਿਤੀ। ਇੱਕ ਪੰਕਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਫਿਰ ਉਹਨਾਂ ਦੇ ਨਾਂ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ। ਭਗਤ ਸੂਰਦਾਸ ਜੀ ਦੇ ਨਾਂ ਤੇ ਸ਼ਬਦ ਸਰੂਪ ਸਰੋਪਾ ਉਹਨਾਂ ਨੂੰ ਦਿੱਤਾ। ਇਹ ਕਹਿਣ ਦਾ ਭਾਵ ਹੈ ਕਿ ਜਿਹੜੇ ਕੋਈ ਰੱਬੀ ਰੂਹਾਂ ਨੇ, ਉਹ ਇਹ ਨਹੀਂ ਹੈ ਕਿ ਕਿਹਦੀ ਬਾਣੀ ਵੱਧ ਹੈ ਕਿਹਦੀ ਘੱਟ ਹੈ। ਨਹੀਂ, ਵਾਧੇ ਘਾਟੇ ਦੀ ਨਹੀਂ। ਸ਼ਬਦ ਦੇ ਵਿੱਚ ਤਾਂ ਇੱਕੋ ਹੀ ਉਪਦੇਸ਼ ਹੈ ਸਾਰੇ ਚ, ਉਹ ਦੇਤਾ। ਕਹਿਣ ਦਾ ਇਹ ਭਾਵ ਹੈ ਕਿ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ, ਇਹਦੇ ਵਿੱਚ ਸ੍ਰੀ ਗੁਰੂ ਮਹਾਰਾਜ ਦੀ ਬਾਣੀ, ਭਗਤਾਂ ਦੀ ਬਾਣੀ, ਪੱਟੀ ਨੂੰ ਹੁਣ ਸਾਰੀ ਬਾਣੀ ਨੂੰ ਜਿਹੜਾ ਹੈ ਅਗੰਮੀ ਧੁਰਕੀ ਬਾਣੀ ਗੁਰੂ ਦਾ ਖਿਤਾਬ ਹੈ। ਜਿੰਨੀ ਵੀ ਗੁਰਬਾਣੀ, ਚਾਹੇ ਕਿਸੇ ਭਗਤ ਦੀ ਹੈ, ਚਾਹੇ ਭੱਟਾਂ ਦੀ ਹੈ, ਗੁਰਸਿੱਖਾਂ ਦੀ ਹੈ, ਗੁਰੂ ਸਾਹਿਬ, ਸਮੁੱਚੀ ਬਾਣੀ ਨੂੰ ਕੀ ਕਿਹਾ ਜਾਂਦਾ? ਸ੍ਰੀ ਗੁਰੂ ਗ੍ਰੰਥ ਸਾਹਿਬ। ਤੇ ਇਸ ਕਰਕੇ ਕਲਿਆਣਤਾ ਜਿਹੜੀ ਹੈ ਇਸ ਪਾਵਨ ਬਾਣੀ ਨਾਲ ਹੋਣੀ ਹੈ। ਹੋਰ ਬਾਕੀ ਐਵੇਂ ਜਿੰਨਾ ਮਰਜੀ ਕੋਈ ਟੱਕਰਾਂ ਮਾਰਦਾ ਫਿਰੇ, ਕੁਛ ਨਹੀਂ ਹੋਣਾ। ਵੀ ਅਸੀਂ ਤਾਂ ਜੀ ਆਪਦੇ ਬਾਬੇ ਨੂੰ ਮੰਨਦੇ ਹਾਂ, ਅਸੀਂ ਤਾਂ ਉਹਦੀਆਂ ਕਵਿਤਾਵਾਂ ਹੀ ਪੜਾਂਗੇ ਜਾਂ ਕਰਾਂਗੇ, ਮੁਕਤੀ ਤਾਂ ਹੋਣੀ ਨਹੀਂ ਹੈ। ਫਿਰ ਉਹ ਭਟਕਦਾ ਫਿਰਦੇ ਆ ਤੇ ਇਸ ਤਰ੍ਹਾਂ ਫਿਰ ਉਹ ਦੁੱਖ ਦਿੰਦੇ ਨੇ। ਦੇਖ ਲਓ ਤੁਸੀਂ, ਉਹ ਕਦੇ ਕੋਈ ਦੁੱਖ ਜਿਹਾ ਆ ਗਿਆ, ਕਦੇ ਕੁਛ ਹੋ ਗਿਆ ਘਰ 'ਚ, ਉਹਦਾ ਭਾਵ ਕੀ ਉਹ ਤੰਗ ਕਰਦਾ ਹੁਣ ਤਾਂ ਫਿਰਦਾ, ਉਹਦੀ ਮੁਕਤੀ ਤਾਂ ਹੋਈ ਨਹੀਂ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਪਾਤਸ਼ਾਹ ਦੀ ਇਹ ਕਲਿਆਣਕਾਰੀ ਬਾਣੀ ਹੈ। ਮਹਾਰਾਜ ਕਹਿਣ ਲੱਗੇ ਉਸ ਤਰ੍ਹਾਂ ਉਸ ਸਮੇਂ ਕਿ ਭਾਈ ਲੱਗੇ ਸੁਣ ਕਰ ਲੱਗੇ ਵਿਚਾਰਨੇ ਜਗ ਕੀ ਕਲਿਆਣ। ਇਹ ਮਹਾਰਾਜ ਵਿਚਾਰਨ ਲੱਗੇ ਵੀ ਹਾਂ, ਇਹ ਵੀ ਸਿੱਖਾਂ ਦੀ ਗੱਲ ਠੀਕ ਹੈ। ਕਿਉਂ ਜਿਹੜੇ ਉਹ ਐਵੇਂ ਕਵੀਆਂ ਦੇ ਰਚੇ ਹੋਏ ਕੋਈ ਸ਼ਬਦ ਨੇ, ਉਹਨਾਂ ਨੇ ਕਲਿਆਣ ਤਾਂ ਕਰਨਾ ਨਹੀਂ ਹੈ। ਇਹ ਸੁਣ ਕਰਕੇ ਮਹਾਰਾਜ ਵਿਚਾਰਨ ਲੱਗੇ ਕਿ ਜਗਤ ਦੀ ਕਲਿਆਣਤਾ ਕਰਨੀ ਹੈ। ਭਿਖੀ ਭਵਿੱਖ ਅਤ ਵਾਰਤਾ। ਤਾਂ ਹੁਣ ਮਹਾਰਾਜ ਨੇ ਭਵਿੱਖ ਆਉਣ ਵਾਲੇ ਸਮੇਂ ਦੀ ਵਾਰਤਾ ਨੂੰ ਜਾਣ ਕੇ ਦੇਖ ਕਰ ਹਮ ਹੋਏ ਦੇ ਸਥਾਨਾ, ਇਹ ਜਾਣ ਕੇ ਵੀ ਸਾਡੀ ਜਗ੍ਹਾ ਦੇ ਉੱਤੇ ਜੋ ਬਿਰਾਜਮਾਨ ਹੋਵੇਗਾ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਉਹ ਬਚਨ ਗੁਰਤਾ ਗੱਦੀ ਬਖਸ਼ੀ। 10ਵੇਂ ਪਾਤਸ਼ਾਹ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਧਰਤੀ। ਪਰ ਗੁਰਮੁਖੋ, ਆਪਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੋਥੀ ਬਾਣੀ ਦਾ ਸਤਿਕਾਰ ਮੁੱਢ ਕਦੀਮੋਂ ਉਵੇਂ ਰਿਹਾ। ਗੁਰੂ ਪਾਤਸ਼ਾਹ ਨੇ ਉੱਚੀ ਜਗ੍ਹਾ ਤੇ ਬਿਰਾਜਮਾਨ ਕਰਨੇ, ਪ੍ਰਕਾਸ਼ ਕਰਨਾ, ਤੇ ਗੁਰੂ ਮਹਾਰਾਜ ਨੇ ਸਤਿਕਾਰ ਦੇਣਾ। ਕਿਉਂਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਦੇ ਮੁਖ ਤੋਂ ਉਚਾਰਨ ਹੋਇਆ ਜਿਹੜਾ ਵੀ ਕੋਈ ਸ਼ਬਦ ਹੈ, ਉਹ ਗੁਰੂ ਸਰੂਪ ਹੈ। ਗੁਰੂ ਦੀ ਬਾਣੀ ਗੁਰੂ ਰੂਪ ਹੈ। ਗ੍ਰੰਥ ਸਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ। ਬਾਣੀ ਰੂਪ ਵਿੱਚ ਜਿਸ ਵੀ ਗੁਰੂ ਦੀ ਬਾਣੀ ਹੈ, ਚਾਹੇ 10ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ, ਜਾਪ ਸਾਹਿਬ ਆਪਾਂ ਪੜ੍ਹਦੇ ਹਾਂ, ਚੌਪਈ ਸਵਈਏ ਤੇ ਹੋਰ ਬਾਣੀਆਂ, ਬਾਣੀ ਰੂਪ ਵਿੱਚ ਉਹ ਵੀ ਗੁਰੂ ਹੈ। ਕਿਉਂਕਿ ਗੁਰੂ ਦੇ ਮੁਖੋਂ ਜੋ ਬਾਣੀ ਉਚਾਰਨ ਹੋਈ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ। ਇਹ ਨਹੀਂ ਆਪਾਂ ਕਹਿ ਸਕਦੇ ਵੀ ਜਪਜੀ ਸਾਹਿਬ ਦੇ ਵਿੱਚ ਜੀ ਹੋਰ ਗੱਲ ਹੈ ਤੇ ਜਾਪ ਸਾਹਿਬ ਵਿੱਚ ਉਨੀ ਹੀ ਤਾਕਤ ਹੈ, ਕਿਉਂਕਿ ਗੁਰੂ ਇੱਕੋ, ਜੋਤ ਇੱਕੋ ਹੈ। ਇੱਕੋ ਜੋਤ ਦੀ ਉਚਾਰਨ ਕੀਤੀ ਬਾਣੀ ਦਾ ਅਸਾ ਸ਼ਕਤੀ ਕਲਾ ਸਭ ਇੱਕੋ ਹੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਭਿਖੀ ਭਵਿੱਖਤ ਵਾਰਤਾ। ਇਹ ਭਵਿੱਖ ਦੀ ਫਿਰ ਗੱਲ ਨੂੰ ਜਾਣ ਕੇ ਵੇਖਿਆ। ਹਮ ਹੋਏ ਦਸ ਥਾਨਾ, ਹਮ ਹੋਏ 10 ਥਾਨਾ। ਇਹ ਅਸੀਂ 10 ਸਰੂਪ ਸਰੀਰ ਰੂਪ ਵਿੱਚ ਧਾਰਨੇ ਹਨ। ਪਾਛੇ ਸਿੱਖੀ ਕੈਮ ਰਹਿ। ਤੋ 10 ਸਰੀਰ ਰੂਪੀ ਜਿਹੜੇ ਜਾਮੇ ਹਨ, ਇਹਨਾਂ ਤੋਂ ਬਾਅਦ ਫਿਰ 10 ਜਾਮੇ ਧਾਰਨ ਕਰਨੇ ਆ। ਉਸ ਤੋਂ ਬਾਅਦ ਜਿਹੜੀ ਸਿੱਖੀ ਹੈ, ਉਹ ਕਿਸ ਤਰ੍ਹਾਂ ਕਿਹਦੀ ਟੇਕ ਤੇ ਰਹੇ। ਕਿਹ ਟੇਕੈ ਹੈ ਮਾਥਾ। ਇਹ ਕਿਸ ਨੂੰ ਫਿਰ ਨਮਸਕਾਰ ਕਰਨਗੇ।
ਸ਼ਬਦ ਨਿਰਾਲੇ ਕਿਮ ਰਹੈ। ਫਿਰ ਇਹ ਜਿਹੜੇ ਸ਼ਬਦ ਨੇ ਇਹ ਕਿਸ ਤਰ੍ਹਾਂ ਨਿਰਾਲੇ ਵੱਖਰੇ ਮਿਲਾਵਟ ਤੋਂ ਦੂਰ ਰਹਿਣਗੇ। ਮਿਲਹਿ ਨਾ ਕਿਸ ਸਾਥਾ, ਜੋ ਕਿ ਕਿਸੇ ਨਾਲ ਵੀ ਮੇਲ ਨਹੀਂ ਹੋਵੇਗਾ, ਮਿਲਣਗੇ ਨਹੀਂ। ਤਾਂ ਤੇ ਅਬ ਐਸੇ ਕਰੈ, ਤਾਂ ਤੇ ਫਿਰ ਹੁਣ ਇਸ ਤਰ੍ਹਾਂ ਕਰਦੇ ਹਾਂ। ਸਭ ਗੁਰਨ ਜੋ ਬਾਣੀ, ਜੋ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਇੱਕ ਥਲ ਬੰਧੈ ਬੀੜ ਸ਼ੁਭ, ਇੱਕ ਜਗ੍ਹਾ ਭਾਈ ਸ਼ੁਭ ਪਵਿੱਤਰ ਬੀੜ ਦੀ ਰਚਨਾ ਹੋਵੇ। ਹੋਇ ਜਗ ਸੁਖ ਦਾਨੀ, ਜੋ ਕਿ ਜਗਤ ਦੇ ਵਾਸਤੇ ਸੁਖਦਾਈ ਹੋ। ਗੁਰਮਤਿ ਰਹਿ ਨਿਰੋਲ ਸਭ, ਤੋ ਗੁਰਮਤਿ ਜੋ ਹੈ ਸਾਰੀ ਵੱਖਰੀ ਨਿਰੋਲ ਰਹੇ। ਆਸ ਕਰੈ ਉਪਾਏ, ਐਸਾ ਉਪਾਅ ਕੀਤਾ ਜਾਵੇ। ਸਭ ਦੇਸਨ ਗੁਰ ਗਿਰਾਜੋ, ਤਾਂ ਸਾਰੇ ਦੇਸਾਂ ਵਿੱਚ ਜਿੱਥੇ ਵੀ ਕੋਈ ਗੁਰਬਾਣੀ ਦਾ ਕਿਸੇ ਕੋਲ ਕੋਈ ਸ਼ਬਦ ਹੈ, ਲੈ ਹੈ ਮੰਗਵਾਏ, ਉਹ ਵੀ ਮੰਗਵਾ ਲੈਣੇ ਚਾਹੀਦੇ ਹਨ। ਅਸ ਵਿਚਾਰ ਸ੍ਰੀ ਸਤਿਗੁਰੂ, ਐਸਾ ਵਿਚਾਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਬ੍ਰਿਧ ਸੋ ਕਹਿਓ। ਸੁਭਾਏਮਾਨ ਬਾਬਾ ਬੁੱਢਾ ਜੀ ਨੂੰ ਕਿਹਾ, ਲਿਖੋ ਹੁਕਮ ਨਾਮੇ ਅਬਹਿ, ਬਾਬਾ ਜੀ ਹੁਣੇ ਹੀ ਹੁਕਮਨਾਮੇ ਲਿਖੋ। ਉਪਕਾਰ ਸੁਲਹਿਓ, ਇਹ ਪਰਉਪਕਾਰ ਜਾਣ ਲੋ। ਜੋ ਜਿਸ ਥਲ ਸਿੱਖ ਗੁਰੂ ਕੋ, ਜਿਹੜਾ ਵੀ ਕੋਈ ਜਿੱਥੇ ਕਿਤੇ ਵੀ ਜਗ੍ਹਾ ਸਤਿਗੁਰੂ ਦਾ ਸਿੱਖ ਹੈ। ਗੁਰਬਾਣੀ ਜਾਣੈ, ਜਿਹਦੇ ਕੋਲੇ ਵੀ ਗੁਰੂ ਦੀ ਬਾਣੀ ਜਾਣੀ ਜਾਂਦੀ ਹੈ। ਕਿਦੋਂ ਲਿਖੇ ਢਿਗ ਹੋਇ ਸ਼ਬਦ, ਇਤੋਂ ਵੀ ਉਹ ਸ਼ਬਦ ਲਿਖੇ ਵੇ ਕਿਸੇ ਕੋਲ ਹਨ। ਇਤ ਲਿਆਵਨ ਠਾਨੈ, ਉਹ ਸਾਰੇ ਇੱਥੇ ਲਿਆਉਣੇ ਚਾਹੀਦੇ ਹਨ। ਅਦਕ ਗਿਰਾ ਗੁਰ ਅਮਰ ਸੁਤ, ਫਿਰ ਜੋ ਬਹੁਤੀ ਬਾਣੀ ਪੋਥੀਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਸ੍ਰੀ ਮੋਹਨ ਪਾਸਾ, ਮਹਾਰਾਜ ਕਹਿੰਦੇ ਜੋ ਸਾਡੇ ਸਤਿਕਾਰਯੋਗ ਮਾਮਾ ਸ੍ਰੀ ਬਾਬਾ ਮੋਹਨ ਜੀ ਦੇ ਪਾਸ ਹਨ। ਤਿਨ ਤੇ ਭੀ ਲਿਆਵਨ ਕਰੈ, ਉਹਨਾਂ ਕੋਲੋਂ ਵੀ ਉਹ ਪੋਥੀਆਂ ਲਿਆਉਣੀਆਂ ਕਰੀਏ। ਇੱਕ ਤੈ ਕਰ ਰਾਸਾ, ਜੋ ਸਾਰੀਆਂ ਇਕੱਤਰ ਕੀਤੀਆਂ ਜਾਣ। ਕਰੈ ਗ੍ਰੰਥ ਸ਼ੁਭ ਪੰਥ ਕੀ, ਤੋ ਜਿਹੜਾ ਇਹ ਗ੍ਰੰਥ ਰਚਨਾ ਕੀਤੀ ਜਾਵੇ ਸ਼ੁਭ ਮਾਰਗ ਦੇ ਵਾਸਤੇ। ਰੀਤੀ ਉਪਜੈ ਹੈ, ਚੰਗੇ ਸ਼ੁਭ ਪੰਥ ਸਿੱਖੀ ਪੰਥ ਦੀ ਰੀਤ ਮਰਜ਼ਾਦਾ ਪੈਦਾ ਹੋਵੇ। 10 ਸਰੂਪ ਹੋਇ ਕੇ ਪੁਨਹਿ, ਕਿਉਂਕਿ ਫਿਰ ਇਹ ਗ੍ਰੰਥ 10 ਸਰੂਪ ਸਰੀਰ ਰੂਪ ਹੋਣ ਤੋਂ ਬਾਅਦ ਗਾਦੀ ਬਠਲੈ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ। ਸੁਨਤ ਬ੍ਰਿਧ ਮਨ ਹਰਖ ਹੋਇ, ਬਾਬਾ ਬੁੱਢਾ ਜੀ ਨੇ ਸੁਣ ਕੇ ਮਨ ਵਿੱਚ ਖੁਸ਼ ਹੋ ਕੇ ਲਿਖ ਪੱਤਰ ਬਣਾਈ। ਪੱਤਰ ਲਿਖ ਕੇ ਬਣਾਏ, ਭਾਵ ਹੁਕਮਨਾਮੇ ਪੱਤਰ ਰੂਪ ਵਿੱਚ ਲਿਖੇ ਹਨ। ਪਾਠ ਦੀਨੇ ਦਿਸ ਚਾਰ ਮੈਂ, ਚਾਰੇ ਦਿਸ਼ਾਵਾਂ ਵਿੱਚ ਭੇਜ ਦਿੱਤੇ ਹਨ। ਪਹੁੰਚੇ ਸਭ ਥਾਈ, ਸਾਰੀਆਂ ਜਗ੍ਹਾ ਪਹੁੰਚ ਗਏ। ਸੁਨੇ ਪਠੇ ਸਿੱਖਨ ਜਬੈ, ਜਦੋਂ ਸਿੱਖਾਂ ਨੇ ਸੁਣੇ ਪੜੇ ਹਨ। ਢਿਗ ਜਿਸ ਗੁਰਬਾਣੀ, ਜਿਹੜੇ ਕਿਸੇ ਸਿੱਖ ਦੇ ਕੋਲ ਕੋਈ ਸ਼ਬਦ ਗੁਰਬਾਣੀ ਦੇ ਲਿਖੇ ਇਕੱਤਰ ਹਨ। ਆਵਤ ਭੇ ਢਿਗ ਗੁਰੂ ਕੇ, ਉਹ ਭਾਈ ਉਹ ਗੁਰਬਾਣੀ ਦੇ ਪਾਵਨ ਸ਼ਬਦ ਲੈ ਕਰਕੇ ਸਤਿਗੁਰੂ ਜੀ ਦੇ ਕੋਲ ਆ ਗਏ। ਦਰਸੇ ਸੁਖ ਦਾਨੀ, ਸੁੱਖਾਂ ਦੇ ਦਾਤੇ ਸਤਿਗੁਰੂ ਦੇ ਦਰਸ਼ਨ ਕੀਤੇ। ਬਾਣੀ ਜੋ ਜਿਸ ਪਾਸ ਥੀ, ਜੋ ਗੁਰਬਾਣੀ ਸ਼ਬਦ ਜਿਸ ਦੇ ਕੋਲ ਸਨ। ਭੇਟਾ ਗੁਰ ਕੀਨੀ, ਉਹ ਸਤਿਗੁਰੂ ਜੀ ਨੂੰ ਭੇਟ ਕਰ ਦਿੱਤੇ। ਕੰਠ ਗਿਰਾ ਬਹੁ ਸਿੱਖਨ ਕੀ,
ਬਹੁਤ ਸਿੱਖ ਐਸੇ ਜਿਨ੍ਹਾਂ ਦੇ ਸ਼ਬਦ ਕੰਠ ਸਨ ਬਾਣੀ ਦੇ, ਸੋ ਗੁਰ ਲਿਖ ਲੀਨੀ, ਉਹ ਵੀ ਸਤਿਗੁਰਾਂ ਨੂੰ ਲਿਖਾਏ, ਸਤਿਗੁਰਾਂ ਨੇ ਲਿਖ ਲਏ। ਪੁਨਾ ਸਭਾ ਮਹਿ ਕਹਿ ਗੁਰੂ, ਕਿਉਂਕਿ ਹੁਣ ਗੁਰਬਾਣੀ ਸਾਰੀ ਗੁਰੂ ਤਾਂ ਜਾਣਦੇ ਹੀ ਹੈ ਨਾ। 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਸਾਰੀ ਬਾਣੀ ਕੰਠ ਤੋਂ ਉਚਾਰਤੀ, ਸਾਰੇ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਸਭ ਦੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਬਦ ਜੇ ਆਏ, ਮਹਾਰਾਜ ਸਾਰੇ ਜਾਣਗੇ ਕਿਹੜਾ ਗੁਰੂ ਮਹਾਰਾਜ ਦਾ ਸ਼ਬਦ ਹੈ, ਕੌਣ ਨਹੀਂ ਹੈ। ਕਈ ਵਾਰ ਐਸਾ ਹੁੰਦਾ ਵੀ ਕਾਇ ਤਾਂ ਜੀ ਫਿਰ ਕੋਈ ਵੀ ਸ਼ਬਦ ਲਿਖ ਕੇ ਦੇ ਗਿਆ ਹੋਊ, ਵੀ ਦੇ ਗਿਆ ਹੋਊਗਾ, ਪਰ ਗੁਰੂ ਸਮਰੱਥ ਹੈ। ਗੁਰੂ ਦੀ ਸਮਰੱਥਾ ਤੇ ਤਾਂ ਕੋਈ ਸ਼ੱਕ ਨਹੀਂ। ਇਸ ਕਰਕੇ ਗੁਰੂ ਤੇ ਜਾਣਦਾ ਹੈ ਨਾ। ਇਹ ਤਾਂ ਮਹਾਰਾਜ ਨੇ ਸਾਰੀ ਖੇਡ ਜਿਹੜੀ ਰਚੀ ਹੈ, ਤੋ ਉਸ ਸਮੇਂ ਜੋ ਵੀ ਹੈ ਸਾਰੀ ਬਾਣੀ ਇਕੱਤਰ ਹੋਈ। ਉਨਹਿ ਸਭਾ ਮਹਿ ਕਹਿ ਗੁਰੂ, ਫੇਰ ਮਹਾਰਾਜ ਨੇ ਦੀਵਾਨ ਦੇ ਵਿੱਚ ਬਚਨ ਕਹੇ। ਪੁਰ ਗੋਇੰਦਵਾਲਾ, ਭਾਈ ਜੋ ਗੋਇੰਦਵਾਲ ਨਗਰ, ਪੋਥੀ ਚਾਰੋ ਗੁਰ ਗਿਰ, ਜੋ ਭਾਈ ਗੁਰੂ ਗਿਰ, ਗਿਰ ਦਾ ਭਾਵ ਹੈ ਬਾਣੀ, 4 ਗੁਰੂ ਸਾਹਿਬਾਨਾਂ ਦੀ ਬਾਣੀ ਪੋਥੀ ਹੈ। ਆਵੇ ਕਿਸ ਢਾਲਾ, ਉਹ ਪੋਥੀਆਂ ਵੀ ਇਸ ਤਰ੍ਹਾਂ ਕਿਸੇ ਤਰ੍ਹਾਂ ਲਿਆਂਦੀਆਂ ਜਾਣ। ਸਭਾ ਵਿੱਚ ਬੈਠਿਓ ਹੋਤੋ, ਤੋ ਸਭਾ ਦੇ ਵਿੱਚ ਬੈਠੇ ਸਨ ਭਾਈ ਗੁਰਦਾਸ, ਸਤਿਕਾਰਯੋਗ ਭਾਈ ਗੁਰਦਾਸ ਜੀ। ਸੁਣਤ ਕਹਿਓ ਕਰ ਜੋੜ ਕਰ, ਸੁਣ ਕੇ ਹੱਥ ਜੋੜ ਕੇ ਭਾਈ ਸਾਹਿਬ ਜੀ ਕਹਿਣ ਲੱਗੇ, ਹਉ ਪਹੁੰਚੋ ਪਾਸ। ਮਹਾਰਾਜ ਮੈਂ ਬਾਬਾ ਮੋਹਨ ਜੀ ਦੇ ਕੋਲ ਜਾਂਦਾ ਹਾਂ। ਪੋਥੀ ਸਗਰੀ ਆਨਹੁ, ਸਾਰੀਆਂ ਪੋਥੀਆਂ ਲੈ ਆਉਂਦਾ। ਆ ਇਸ ਨਿਜ ਦੀਜੈ, ਤੁਸੀਂ ਸਤਿਗੁਰੂ ਮੈਨੂੰ ਆਗਿਆ ਦੇਵੋ। ਮੋਹਨ ਅਰ ਮਿਲ ਮੋਹਰੀ, ਇਉਂ ਮੋਹਨ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਨੂੰ ਮਿਲ ਕੇ ਮੋਹ ਕੋ ਸਮਝੀਜੈ, ਇਉਂ ਮਹਾਰਾਜੋ ਮੈਨੂੰ ਸਮਝ ਲੈਣਗੇ, ਜਾਣ ਲੈਣਗੇ। ਸ੍ਰੀ ਅਰਜਨ ਸੁਨ ਬਾਕ ਕੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਸੁਣ ਕੇ ਔਰ ਗਰਬਤ ਜਾਨਾ, ਇਹ ਜਾਣਿਆ ਵੀ ਹਿਰਦੇ ਅੰਦਰ ਸੂਖਮ ਹਉਮੈ ਹੈ। ਬਿਨਾ ਨਾਮ ਇਨ ਕੋ ਲੀਏ, ਵੀ ਦੇਖੋ ਬਿਨਾ ਇਹਨਾਂ ਨੇ ਨਾਮ ਕੋਈ ਲਏ। ਮੈਂ ਲਿਆਉ ਬਖਾਨਾ, ਇਹ ਆਪ ਹੀ ਕਹਿਤਾ ਵੀ ਮੈਂ ਲੈ ਆਉਂਦਾ ਹਾਂ, ਅਸੀਂ ਤਾਂ ਜਿਨ੍ਹਾਂ ਨੂੰ ਕਿਹਾ ਨਹੀਂ ਹੈ। ਜਾਹੋ ਕਹਿਓ ਤਿਸ ਕਾਲ ਮੈਂ, ਮਹਾਰਾਜ ਉਸੇ ਸਮੇਂ ਕਹਿੰਦੇ ਚੰਗਾ ਭਾਈ ਗੁਰਦਾਸ ਜੀ ਤੁਸੀਂ ਚਲੇ ਜਾਓ। ਗੁਰ ਹਿਰਦੈ ਵਿਚਾਰੀ, ਗੁਰੂ ਸਾਹਿਬ ਨੇ ਮਨ ਹਿਰਦੇ ਵਿੱਚ ਇਹ ਗੱਲ ਵਿਚਾਰ ਲਈ, ਜਾਣ ਲਈ। ਬਾਣੀ ਹੱਥ ਨਾ ਆਏ ਹੈ, ਇਉਂ ਬਾਣੀ ਇਹਨਾਂ ਦੇ ਹੱਥ ਨਹੀਂ ਆਉਣੀ। ਹੋਏ ਨਿਰਹੰਕਾਰੀ, ਜੋ ਅੰਦਰ ਸੂਖਮ ਹੰਕਾਰ ਉੱਠਿਆ ਉਹ ਤੋਂ ਨਿਵਰਤ ਹੋ ਜਾਣਗੇ। ਗੁਰੂ ਜਿਹੜਾ ਹੈ ਆਪਣੇ ਸਿੱਖ ਦੇ ਅੰਦਰ, ਸਿੱਖ ਚ ਹੁਣ ਸੂਖਮ ਇੱਕ ਹੁੰਦੀ ਹੈ ਵੱਡੀ ਹਉਮੈ ਜਿਹੜੀ ਹੈ, ਫਿਰ ਉਹ ਹੰਕਾਰ ਵਿੱਚ ਪ੍ਰਗਟ ਹੁੰਦੀ ਹੈ ਜਦੋਂ, ਉਹ ਤਾਂ ਵਿਕਾਰ ਬਣ ਜਾਂਦੀ ਹੈ। ਇੱਕ ਸੂਖਮ ਹਉਮੈ ਹੁੰਦੀ ਹੈ, ਕੁਦਰਤੀ ਅੰਦਰ ਪੈਦਾ ਹੋ ਜਾਂਦੀ ਹੈ, ਫਿਰ ਮਹਾਰਾਜ ਉਹਨੂੰ ਨਿਵਰਤ ਕਰ ਦਿੰਦੇ ਆ। ਉਹ ਅੰਦਰੋਂ ਅੰਦਰੀ ਖੇਡ ਕੋਈ ਨਾ ਕੋਈ ਰਚ ਕੇ ਉਹ ਸਿੱਖ ਨੂੰ ਜਣਾਉਂਦੇ ਵੀ ਨਹੀਂ ਕਿਵੇਂ ਉਹਦੀ ਹਉਮੈ ਦੂਰ ਕੀਤੀ। ਹੋਰ ਨੂੰ ਤਾਂ ਮਹਾਰਾਜ ਨੇ ਪਤਾ ਕੀ ਲੱਗਣ ਦੇ। ਕਈ ਵਾਰ ਸੂਖਮ ਹਉਮੈ ਹੋ ਜਾਂਦੀ ਹੈ, 4 ਬੰਦੇ ਕਥਾ ਕੀਰਤਨ ਕਰਨ ਆਏ, ਬਹੁਤ ਵਧੀਆ ਜੀ, ਤੁਸੀਂ ਤੁਹਾਡੇ ਵਰਗਾ ਕਥਾ ਨਹੀਂ, ਉਹ ਅੰਦਰੋਂ ਉਦੋਂ ਹੀ ਸੂਖਮ ਹਉਮੈ ਦਾ ਭਾਵ ਉੱਠ ਖੜਦਾ। ਫਿਰ ਮਹਾਰਾਜ ਕੋਈ ਨਾ ਕੋਈ ਜਾਂ ਫੁਰਨਾ ਪੈਦਾ ਕਰਨਗੇ ਜਾਂ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਣਗੇ ਵੀ ਇੱਕ ਅੱਧੇ ਨੂੰ ਭੇਜ ਦੇਣਾ। ਉਹਨੇ ਕਹਿਣਾ ਜੀ ਉਹ ਤਾਂ ਠੀਕ ਆ, ਨਹੀਂ ਤੁਸੀਂ ਗੱਲ ਕਹੀ, ਲਓ ਉਦੋਂ ਹੀ ਨਾਲ ਹੀ ਖਤਮ ਕਰ ਦੇਣੀ ਹੈ ਹਉਮੈ। ਜਾਂ ਫਿਰ ਫੁਰਨਾ ਕਰ ਦੇਣਗੇ ਮਨਾ, ਇੱਕ ਵਾਰੀ ਹਉਮੈ ਜਿੱਠੀ ਕਾਹਦੀ ਤੂੰ ਹਉਮੈ ਕਰਦਾ, ਕੀ ਤੇਰੀ ਕਥਾ ਤਾਂ ਉਹਨਾਂ ਦੀ ਹੈ ਜਿਨ੍ਹਾਂ ਨੇ ਇਤਿਹਾਸ ਜਿਉਂ ਕੇ ਦਿੱਤਾ, ਤੂੰ ਕੀ ਕੀਤਾ, ਤੂੰ ਤਾਂ ਗਾਦ ਪੜ੍ਹ ਕੇ ਹੀ ਸੁਣਾਇਆ। ਇਹ ਤਾਂ ਕਥਾ ਤਾਂ ਉਹ ਹੈ,
ਇੱਕ ਉਹ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਜਿਉਇਆ ਜੀਵਨ ਵਿੱਚ, ਤੇ ਇਤਿਹਾਸ ਜਿਨ੍ਹਾਂ ਤੋਂ ਬਣਿਆ, ਜਿਨ੍ਹਾਂ ਨੇ ਗੁਰਬਾਣੀ ਨੂੰ ਕਮਾਇਆ। ਤੂੰ ਐਵੇਂ ਹਉਮੈ ਕਰੀ ਜਾਂਦਾ। ਉਹਨਾਂ ਦਾ ਬਣਾਇਆ, ਉਹਨਾਂ ਦਾ ਬਣਿਆ ਜੀਵਨ ਇਤਿਹਾਸ ਸੁਣਾ ਕੇ ਹੀ। ਇਸ ਕਰਕੇ ਕਹਿਣ ਦਾ ਭਾਵ ਹੈ ਕਿ ਸਿੱਖ ਦੇ ਵਿੱਚ ਮਹਾਰਾਜ ਹਉਮੈ ਨਹੀਂ ਰਹਿਣ ਦਿੰਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਹਉਮੈ ਡੋਬ ਦੂ ਤੇ ਆਪਣੇ ਸਿੱਖ ਨੂੰ ਡੁੱਬਣ ਵੀ ਨਹੀਂ ਦੇਣਾ ਮਹਾਰਾਜ ਨੇ। ਤੇ ਇੱਕ ਫਿਰ ਉਹ ਜਿਹੜੀ ਹਉਮੈ ਜਦੋਂ ਹੰਕਾਰ ਰੂਪ ਵਿੱਚ ਆ ਜੇ, ਵਿਰਾਟ ਰੂਪ ਹੋ ਜਾਂਦੀ ਹੈ, ਆਕੜ ਰੂਪ, ਉਹ ਫਿਰ ਵਿਕਾਰ ਬਣ ਜਾਂਦੀ ਹੈ। ਜਿਵੇਂ 5 ਵਿਕਾਰ ਨੇ, ਤੇ ਹਉਮੈ ਤਾਂ 5 ਵਿਕਾਰਾਂ ਦੀ ਮਾਂ ਹੈ ਨਾ। ਤੇ ਜਿਹੜੇ ਭਾਈ ਗੁਰੂ ਮਹਾਰਾਜ ਦੇ ਦਰ ਘਰ ਨਾਲ ਜੁੜੇ ਰਹਾਂਗੇ, ਮਹਾਰਾਜ ਆਪੇ ਮਿਹਰ ਕਰਕੇ ਫਿਰ ਇਹ ਸੂਖਮ ਹਉਮੈ ਨੂੰ ਦੂਰ ਕਰ ਦਿੰਦਾ ਹੈ। ਮਹਾਰਾਜ ਜਾਣਗੇ ਵੀ ਬਾਣੀ ਦੀਆਂ ਪੋਥੀਆਂ ਤਾਂ ਨਹੀਂ ਮਿਲਣੀਆਂ ਭਾਈ ਗੁਰਦਾਸ ਜੀ ਨੂੰ। ਬਾਣੀ ਹਾਥ ਨਾ ਆਏ ਹੈ, ਹੋਏ ਨਿਰਹੰਕਾਰੀ, ਭੇਜ ਦਿੰਨੇ ਆ, ਕਿਉਂਕਿ ਹੰਕਾਰ ਰਹਿਤ ਹੋ ਜਾਣਗੇ, ਸੂਖਮ ਹਉਮੈ ਅੰਦਰੋਂ ਦੂਰ ਹੋ ਜਾਵੇਗੀ। ਤਬ ਭਾਈ ਹੋ ਤਿਆਰ ਕੋ, ਤਦ ਭਾਈ ਗੁਰਦਾਸ ਜੀ ਤਿਆਰ ਹੋਏ। ਗਾ ਗੋਇੰਦਵਾਰਾ, ਗੋਇੰਦਵਾਲ ਸਾਹਿਬ ਪਹੁੰਚੇ, ਪੁਨਹ ਚੁਬਾਰੇ ਚੱਲ ਗਇਓ। ਫਿਰ ਭਾਈ ਗੁਰਦਾਸ ਜੀ ਚੁਬਾਰਾ ਸਾਹਿਬ ਜਿੱਥੇ ਹੈ ਉੱਥੇ ਪਹੁੰਚੇ। ਜਹ ਭਿਰੇ ਕਿਵਾਰਾ, ਜਿਹਦੇ ਕਿਵਾੜ ਦਰਵਾਜ਼ੇ ਅੰਦਰੋਂ ਬੰਦ ਹਨ। ਨਿਕਟ ਹੋਏ ਧੁਨ ਊਚ ਤੇ, ਨੇੜੇ ਹੋ ਕੇ ਬਾਬਾ ਮੋਹਨ ਜੀ ਨੂੰ ਉੱਚੀ ਉੱਚੀ ਆਵਾਜ਼ ਵਿੱਚ ਬਚ ਐਸੇ ਪ੍ਰਾਇਓ। ਭਾਈ ਗੁਰਦਾਸ ਜੀ ਇਸ ਤਰ੍ਹਾਂ ਆਵਾਜ਼ ਮਾਰ ਕੇ ਬਚਨ ਕਹਿੰਦੇ, ਗੁਰੂ ਦਾਸ ਮੈਂ ਗੁਰੂ ਤੇ। ਹੇ ਬਾਬਾ ਮੋਹਨ, ਮੈਂ ਤੁਹਾਡਾ ਹੀ ਭਰਾ ਛੋਟਾ ਗੁਰਦਾਸ, ਮੈਂ ਗੁਰੂ ਅਰਜਨ ਦੇ ਪਾਤਸ਼ਾਹ ਕੋਲੋਂ ਚੱਲ ਕਰ ਇੱਥੇ ਆਇਓ। ਇਧਰ ਚੱਲ ਕੇ ਆਇਆ ਹਾਂ, ਦਰਸ਼ਨ ਦਿਓ ਅਰਜਨ ਸੁਨੋ। ਇੱਥੇ ਅਰਜਨ ਦਾ ਭਾਵ ਹੈ ਬੇਨਤੀ, ਅਰਜ। ਬਾਬਾ ਜੀ ਦਰਸ਼ਨ ਦਿਓ, ਮੇਰੀ ਬੇਨਤੀ ਸੁਣੋ। ਸ੍ਰੀ ਅਰਜਨ ਕੰਮ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮੈਨੂੰ ਕੰਮ ਭੇਜਿਆ। ਅਰਜਨ ਜਸ ਵਿਸ ਤੀਰ ਤੇ, ਇਉਂ ਜਿਵੇਂ ਅਰਜਨ ਜਸ ਵਿਸ ਤੀਰ ਤੇ, ਵਿਸਤੀਰ ਤੇ ਕਹੀਏ ਵਿਸਥਾਰ ਵਾਲਾ, ਜੋ ਅਰਜਨ, ਜੋ ਅਰ ਦਾ ਨਾਮ ਦੁਸ਼ਮਣ, ਅਰਜਨ ਦੁਸ਼ਮਣ ਨੂੰ ਨਾਸ਼ ਕਰਨ ਵਾਲਾ। ਫਿਰ ਅਰਜਨ, ਅਰਜਨ ਉਹ ਵੀ ਦੁਆਪਰ ਯੁਗ ਦੇ ਵਿੱਚ ਜਿਵੇਂ ਉਹਦੇ ਤੀਰਾਂ ਦਾ ਪ੍ਰਭਾਵ ਸੀ, ਇਸ ਤਰ੍ਹਾਂ ਦਾ ਜਸ ਵਿਸਥਾਰ ਕਰਦੇ। ਹੋ ਗੁਣ ਗਨ ਧੰਮ, ਬਾਬਾ ਜੀ ਤੁਸੀਂ ਗੁਣਾਂ ਦੇ ਬੇਅੰਤ ਘਰ ਹੋ। ਇਸ ਪ੍ਰਕਾਰ ਦਿਨ ਜਾਮਨੀ, ਇਸ ਤਰ੍ਹਾਂ ਦਿਨ ਵੀ ਤੇ ਰਾਤ ਵੀ। ਬੇਨਤੀ ਬਹੁ ਠਾਨੀ, ਭਾਈ ਗੁਰਦਾਸ ਜੀ ਬਾਹਰ ਬੈਠੇ ਬਹੁਤ ਬੇਨਤੀਆਂ ਕਰਦੇ ਰਹੇ। ਨੰਦਨ ਸ੍ਰੀ ਗੋਰੇ ਅਮਰ ਕੋ, ਉਧਰ ਅਖੰਡ ਸਮਾਧੀ ਲੱਗੀ ਹੈ, ਸਿੱਧ ਪੁਰਸ਼ ਸੀ। ਪੋਥੀਆਂ ਦੀ ਸੇਵਾ ਸੰਭਾਲ ਬਾਬਾ ਮੋਹਨ ਜੀ ਨੇ ਕੀਤੀ। ਤੇ ਦੇਖ ਲਓ ਹਰ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਸੀ, ਮੋਹਨ ਪੁੱਤਰ ਇਹਨਾਂ ਪੋਥੀਆਂ ਦਾ ਵਿਸਾਹ ਨਹੀਂ ਕਰਨਾ, ਭਾਵ ਇੱਧਰ ਉੱਧਰ ਨਹੀਂ ਜਾਣਾ, ਸੇਵਾ ਸੰਭਾਲ ਕਰਨੀ ਹੈ। ਸਮਾਧੀ ਲਾ ਕੇ ਬਹਿ ਗਏ ਉੱਥੇ। ਐਡੀ ਮਹਾਰਾਜ ਦੀ ਕਿਰਪਾ। ਪੋਥੀ ਸਾਹਿਬ ਤੋਂ ਦੂਰ ਨਹੀਂ ਜਾਂਦੇ। ਅਖੰਡ ਸਮਾਧੀ ਸਾਲ ਸਾਲ ਨਹੀਂ ਸੀ ਉੱਠਦੇ ਬਾਬਾ ਮੋਹਨ ਜੀ, ਅਖੰਡ ਸਮਾਧੀ ਲਾ ਕੇ ਬੈਠੇ ਰਹਿੰਦੇ। ਹੁਣ ਅਖੰਡ ਸਮਾਧੀ ਲੱਗੀ ਹੈ, ਸਰੀਰ ਦੀ ਜਿਹੜੀ ਹੈ ਉਹ ਤੋਂ ਉੱਪਰ ਦੀ ਅਵਸਥਾ 'ਚ ਬੈਠੇ ਹੈ। ਤੋ ਇਸ ਤਰ੍ਹਾਂ ਨੰਦਨ ਸ੍ਰੀ ਗੋਰੇ ਅਮਰ ਕੋ, ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਨਹਿ ਬੋਲਿਓ ਬਾਣੀ, ਕੋਈ ਅੱਗਿਓਂ ਬੋਲ ਬਚਨ ਨਹੀਂ ਬੋਲੇ। ਭਈ ਵੈਰ ਲੱਖ ਔਰ ਨੇ, ਇਸ ਤਰ੍ਹਾਂ ਭਈ ਵੈਰ ਲੱਖ ਔਰ ਨੇ। ਹੋਰ ਜਿਹੜੇ ਹੈ ਭਾਈ, ਜਿਹੜੇ ਉਹਨਾਂ ਨੇ ਜਾਣ ਕਰਕੇ ਭਾਈ ਸਮਝਾਇਓ। ਭਾਈ ਗੁਰਦਾਸ ਜੀ ਨੂੰ ਕਿਹਾ, ਬਾਬਾ ਮੋਹਰੀ ਜੀ, ਹੋਰ ਜਿਹੜੇ ਪਰਿਵਾਰ ਦੇ ਮੈਂਬਰ ਹੈ ਜੋ ਹੋਰ, ਉਸ ਸਮੇਂ ਦੇਖੋ ਅੱਗੇ ਦੀ ਅੱਗੇ, ਉਸ ਸਮੇਂ ਬਾਬਾ ਸੁੰਦਰ ਜੀ, ਬਾਬਾ ਮੋਹਰੀ ਜੀ ਦੀ ਅੰਸ਼ ਵੰਸ਼ ਸਨ। ਉਹ ਸਾਰਿਆਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ
ਇਹੋ ਮਨ ਮਸਤ ਸਦੀਵ ਹੈ। ਕਹਿੰਦੇ ਜੀ ਇਹ ਤਾਂ ਇਸੇ ਤਰ੍ਹਾਂ ਹੀ ਹਮੇਸ਼ਾ ਮਨ ਦੇ ਮਸਤ ਰਹਿੰਦੇ। ਨਹਿ ਬੋਲਤ ਬੁਲਾਇਓ, ਕਿਸੇ ਦੇ ਬੁਲਾਇਆ ਬੋਲਦੇ ਨਹੀਂ। ਮਰਜ਼ੀ ਆਪਣੀ ਕਰਤ ਹੈ, ਆਪਣੀ ਮਰਜ਼ੀ ਕਰਦੇ ਹਨ। ਬਹੁਤ ਲੰਮੇਰੀ ਉਮਰ ਸਰੀਰ ਰੂਪ ਵਿੱਚ ਬਾਬਾ ਮੋਹਨ ਜੀ ਦੀ ਹੋਈ ਹੈ। ਨਹਿ ਗਰਜੀ ਕਾਹੂ, ਇਹਨਾਂ ਨੂੰ ਕਿਸੇ ਦੀ ਗਰਜ ਨਹੀਂ ਹੈ, ਕਿਸੇ ਦੀ ਕੋਈ ਮੁਥਾਜੀ ਨਹੀਂ। ਅਰਜੀ ਸੁਨੈ ਨਾ ਕਾਹੇ ਤੇ, ਇਸ ਕਰਕੇ ਕਿਸੇ ਦੀ ਕੋਈ ਬੇਨਤੀ ਨਹੀਂ ਸੁਣਦੇ। ਹਰ ਜੀ ਮਨ ਮਾਹੂ, ਜੋ ਪਰਮੇਸ਼ਰ ਹੈ ਉਹੀ ਇਹਨਾਂ ਦੇ ਮਨ ਅੰਦਰ ਵਸਿਆ ਹੈ। ਦਰ ਖੁਲਾਵਨੇ ਹੇਤ ਕੋ, ਤੋ ਉਹ ਦਰਵਾਜ਼ਾ ਖੁਲਾਉਣ ਦੇ ਵਾਸਤੇ ਬਹੁ ਕਰੇ ਉਪਾਉ। ਭਾਈ ਗੁਰਦਾਸ ਜੀ ਨੇ ਬੜੇ ਉਪਾਅ ਯਤਨ ਕੀਤੇ। ਥੱਕ ਹਾਰਿਓ ਗੁਰਦਾਸ ਤਬ, ਹੰਬ ਹਾਰ ਗਏ ਭਾਈ ਗੁਰਦਾਸ ਜੀ। ਬਸ ਚੱਲਿਓ ਨਾ ਕਾਊ, ਕੋਈ ਇਹਨਾਂ ਦਾ ਬਸ ਨਹੀਂ ਚੱਲਿਆ। ਸੁਧਾ ਸਰੋਵਰ ਮਗ ਪਰਿਓ, ਤਾਂ ਅੰਮ੍ਰਿਤਸਰ ਸਾਹਿਬ ਨੂੰ ਰਸਤਾ ਫੜ ਲਿਆ। ਪਹੁੰਚਿਓ ਪੋਨੇ ਆਈ, ਆ ਪਹੁੰਚੇ ਹਨ ਸ੍ਰੀ ਅਰਜਨ ਰਾਜੈ ਜਹਾਂ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਜੈ ਭਾਵ ਬਿਰਾਜ ਰਹੇ ਹਨ। ਨਿਜ ਗਰੀਬ ਨਿਭਾਈ, ਭਾਈ ਗੁਰਦਾਸ ਜੀ ਨੇ ਆਪਣੀ ਗਰਦਨ ਭਾਵ ਸਿਰ ਨਿਭਾਇਆ। ਕਰੀ ਜੋਰ ਕਰ ਬਾਰਤਾ, ਕਹੀ ਜੋਰ ਕਰ ਬਾਰਤਾ, ਹੱਥ ਜੋੜ ਕੇ ਸਾਰੀ ਗੱਲ ਦੱਸੀ। ਮੈਂ ਕਰੇ ਉਪਾਏ, ਮਹਾਰਾਜ ਮੈਂ ਬਹੁਤ ਯਤਨ ਕੀਤੇ। ਪਰ ਗੁਰਬਾਣੀ ਤਿਨੋਂ ਤੇ, ਪਰ ਜੋ ਗੁਰਬਾਣੀ ਪੋਥੀਆਂ ਹਨ ਉਹ ਬਾਬਾ ਮੋਹਨ ਜੀ ਤੋਂ ਮਮ ਹਾਥ ਨ ਆਏ, ਮੇਰੇ ਹੱਥ ਨਹੀਂ ਆਈਆਂ, ਭਾਵ ਪ੍ਰਾਪਤ ਨਹੀਂ ਹੋਈਆਂ। ਸੁਨ ਤਬ ਬ੍ਰਿਧ ਵਿਚਾਰਿਓ, ਤਾਂ ਬੈਠੇ ਬੈਠੇ ਸੁਣ ਕੇ ਬਾਬਾ ਬੁੱਢਾ ਜੀ ਨੇ ਵਿਚਾਰਿਆ। ਨਹਿ ਕਾਰਜ ਹੋਵਾ, ਵੀ ਇਹ ਕਾਰਜ ਹੋਇਆ ਨਹੀਂ ਹੈ, ਪਾਣੀ ਪੋਥੀਆਂ ਬਾਣੀ ਦੀਆਂ ਨਹੀਂ ਆਈਆਂ। ਹਉ ਗਮਨੋਂ ਲਿਆਵੋ ਤਬੈ, ਫਿਰ ਮੈਂ ਚਲਿਆ ਜਾਣਾ, ਮੈਂ ਜਾ ਕੇ ਲਿਆਉਣਾ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਸੇਵਾ ਕਰ ਰਹੇ ਹਾਂ, ਬੇਨਤੀ ਕਰਾਂਗੇ ਬਾਬਾ ਮੋਹਨ ਜੀ ਨੂੰ, ਤੇ ਅਸੀਂ ਚਲੇ ਜਾਂਦੇ ਹਾਂ। ਮਨ ਚ ਸੋਚਿਆ ਲਿਆਉਂਦੇ ਹਾਂ, ਅਸਠਾਨ ਖਲੋਵਾ। ਇਸ ਤਰ੍ਹਾਂ ਸੋਚ ਕੇ ਬਾਬਾ ਬੁੱਢਾ ਜੀ ਖੜ ਗਏ। ਮੈਂ ਗਮਨੋਂ ਭਨੀਏ ਹੁਕਮ, ਕਹਿਣ ਲੱਗੇ ਮਹਾਰਾਜ ਵੀ ਮੈਂ ਚਲੇ ਜਾਵਾਂ ਜੇ ਤੁਸੀਂ ਹੁਕਮ ਦੇਵੋ। ਸ੍ਰੀ ਗੁਰ ਮੁਸਕਾਏ, ਤਾਂ ਗੁਰੂ ਪਾਤਸ਼ਾਹ ਜੀ ਮੁਸਕਰਾਏ ਹਨ। ਭਲੀ ਬਾਤ ਤੁਮ ਜਾਹੋ ਜੀ, ਬਾਬਾ ਜੀ ਚੰਗੀ ਗੱਲ ਹੈ ਜੇ ਤੁਸੀਂ ਚਲੇ ਜਾਵੋ। ਕਾਰਜ ਬਣ ਆਏ, ਜੇ ਤੁਹਾਡੇ ਗਿਆ ਕਾਰਜ ਬਣ ਜਾਵੇ। ਸੁਨ ਸ੍ਰੀ ਸਤਿਗੁਰ ਬਾਕ ਜੋ, ਸੁਣ ਕੇ ਭਾਈ ਜੋ ਸਤਿਗੁਰੂ ਨੇ ਬਚਨ ਕਹੇ ਹਨ। ਬੁੱਢਾ ਗਮਨ ਆਇਓ, ਬਾਬਾ ਬੁੱਢਾ ਜੀ ਗਏ ਹਨ। ਸਨੇ ਸਨੇ ਮਾਰਗ ਚੱਲਿਓ, ਹੌਲੀ ਹੌਲੀ ਰਸਤਾ ਚੱਲਦੇ ਗਏ। ਤਿਸ ਪੁਰ ਮਹਿ ਆਇਓ, ਗੋਇੰਦਵਾਲ ਸਾਹਿਬ ਨਗਰ ਪਹੁੰਚ ਗਏ। ਕਰ ਇਸ਼ਨਾਨ ਜਲ ਬਾਵਲੀ, ਬੌਲੀ ਸਾਹਿਬ ਦੇ ਜਲ ਇਸ਼ਨਾਨ ਕੀਤਾ। ਹਰਖਿਓ ਮਨ ਮਾਹੀ, ਮਨ ਵਿੱਚ ਬੜੀ ਪ੍ਰਸੰਨਤਾ ਹੋਈ। ਗਇਓ ਚੁਬਾਰੇ ਕੋ ਬਹੁਰ, ਫਿਰ ਚੁਬਾਰਾ ਸਾਹਿਬ ਸਥਾਨ ਤੇ ਗਏ। ਮੋਹਨ ਕੇ ਪਾਹੀ, ਬਾਬਾ ਮੋਹਨ ਜੀ ਦੇ ਕੋਲ। ਫਿਰੇ ਕਪਾਟ ਬਿਲੋਕ ਕੈ, ਫਿਰ ਕਬਾੜ ਬੰਦ ਨੇ ਵੇਖ ਕਰਕੇ। ਪੁਨ ਊਚ ਉਚਾਰਾ, ਉੱਚੀ ਆਵਾਜ਼ ਵਿੱਚ ਫਿਰ ਬਾਬਾ ਜੀ ਨੇ ਕਿਹਾ। ਗੁਰੂ ਅਮਰ ਕੇ ਸੁਤ ਵੱਡੇ, ਇਹ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸੁਪੁੱਤਰ। ਦੇਹੋ ਦਰਸ ਉਦਾਰਾ, ਬਾਬਾ ਮੋਹਨ ਜੀ ਆਪਣੇ ਮਹਾਨ ਦਰਸ਼ਨ ਦਿਓ। ਸ੍ਰੀ ਅਰਜਨ ਭੇਜੋ ਮੁਝੇ, ਮੈਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਭੇਜਿਆ ਹੈ।
ਬੁੱਢਾ ਮੁਝ ਨਾਮ। ਮੇਰਾ ਨਾਮ ਬੁੱਢਾ ਭਾਵ ਬਾਬਾ ਬੁੱਢਾ ਹੈ। ਕਿਰਪਾ ਕਰੋ ਸੁਣ ਲੀਜੀਏ, ਤੋ ਕਿਰਪਾ ਕਰੋ ਬੇਨਤੀ ਸੁਣੋ। ਕੀਜੈ ਪੁਨ ਕੰਮ, ਫਿਰ ਕਾਰਜ ਕਰ ਦਿਓ। ਜਬ ਬੋਲਿਓ ਨਹਿ ਮੋਹਿਨੰ, ਜਦੋਂ ਬਾਬਾ ਬੋਹਣ ਜੀ ਨੇ ਕੋਈ ਅੰਦਰੋਂ ਜਵਾਬ ਨਾ ਦਿੱਤਾ, ਤਬ ਦਰ ਖੜਕਾਇਓ, ਤਾਂ ਦਰਵਾਜ਼ਾ ਵੀ ਖੜਕਾਇਆ ਹੈ। ਬਲ ਤੇ ਝੂਠੀ ਐਚ ਕਰ, ਤਾਂ ਫਿਰ ਤਾਕਤ ਨਾਲ ਚੌਥੀ ਭਾਵ ਜਿਹੜੀ ਅੰਦਰ ਇੱਕ ਜਿਵੇਂ ਆਪਾਂ ਅੱਜ ਕੱਲ ਹੈਂਡਲ ਲਾ ਦਿੰਨੇ ਖਿੱਚਣ ਵਾਸਤੇ, ਪੁਰਾਣੇ ਸਮਿਆਂ 'ਚ ਲਾਏ ਹੁੰਦੇ, ਉਹ ਲੱਕੜ ਦੇ ਹੁੰਦੇ ਸੀ। ਉਹ ਦਰਵਾਜ਼ੇ ਨੂੰ ਆਸਰਾ ਜਾ ਦੇਣ, ਉਹ ਲੱਕੜ ਜੀ ਜਿਹੜੀ ਹੈ ਉਹ ਬਾਬਾ ਜੀ ਨੇ ਖਿੱਚੀ। ਅੰਤਰ ਪ੍ਰਵਸਾਇਓ, ਤੇ ਬਾਬਾ ਜੀ ਅੰਦਰ ਪ੍ਰਵੇਸ਼ ਕਰ ਗਏ। ਸ੍ਰੀ ਮੋਹਨ ਬੈਸੇ ਜਹਾਂ, ਜਿੱਥੇ ਬਾਬਾ ਮੋਹਨ ਜੀ ਬੈਠੇ ਹਨ। ਪਦਮਾਸਨ ਧਾਰੀ, ਪਦਮਾਸਨ ਧਾਰਨ ਕੀਤਾ ਹੈ। ਲੱਗੀ ਸਮਾਧ ਅਖੰਡ ਰਸ, ਅਖੰਡ ਰਸ ਲਗਾਤਾਰ ਇੱਕ ਰਸ ਸਮਾਧੀ ਲੱਗੀ ਹੈ। ਨਹਿ ਦੇਹ ਸੰਭਾਰੀ, ਹੁਣ ਉਹ ਦੇਹ ਨੂੰ ਨਹੀਂ ਸੰਭਾਲਿਆ, ਭਾਵ ਦੇਹੀ ਤੋਂ ਸੁਰਤ ਜਿਹੜੀ ਹੈ ਉੱਪਰ ਹੈ। ਕਰ ਬੰਧਨ ਪਗ ਦਾਬਿਓ, ਬਾਬਾ ਬੁੱਢਾ ਜੀ ਨੇ ਗੁਰੂ ਪੁੱਤਰ ਜਾਣ ਕੇ ਨਮਸਕਾਰ ਕੀਤੀ ਤੇ ਉਹਨਾਂ ਦੇ ਚਰਨ ਘੁੱਟੇ। ਨਹਿ ਭਈ ਸੰਭਾਲਾ, ਫਿਰ ਵੀ ਬਾਬਾ ਮੋਹਨ ਜੀ ਨੇ ਦੇਹ ਨਹੀਂ ਸੰਭਾਲੀ, ਭਾਵ ਉਸੇ ਤਰ੍ਹਾਂ ਨੇ ਦੇਹ ਤੋਂ ਸੁਰਤ ਉੱਪਰ ਹੈ। ਸ਼ਬਦ ਸੁਣਿਓ ਜਬ ਅਪਰ ਨੇ, ਤੇ ਜਦੋਂ ਇਹ ਦਰਵਾਜ਼ਾ ਖੁੱਲਣ ਦਾ ਆਵਾਜ਼ ਹੋਰਾਂ ਨੇ ਸੁਣ ਲਈ, ਪਰਿਵਾਰ ਨੇ, ਦਰ ਖੋਲਣ ਕਾਲਾ, ਕਿ ਦਰ ਖੋਲਣਾ, ਦਰਵਾਜ਼ਾ ਖੁੱਲਿਆ ਉਸ ਸਮਾਂ। ਸ੍ਰੀ ਮੋਹਰੀ ਆਇਓ ਤਬੈ, ਬਾਬਾ ਮੋਹਰੀ ਜੀ ਵੀ ਉਸ ਸਮੇਂ ਆ ਗਏ। ਵੱਡਾ ਪਰਿਵਾਰ ਹੈ ਤੇ ਉਹ ਵੀ, ਕਿਉਂਕਿ ਬਾਬਾ ਮੋਹਰੀ ਜੀ ਦੀ ਵੀ ਉਮਰ ਬਹੁਤ ਲੰਮੇਰੀ ਹੋਈ ਹੈ, ਉਹ ਵੀ ਆ ਗਏ। ਜਿਵੇਂ ਬਾਬਾ ਦਾਤੂ, ਬਾਬਾ ਦਾਸੂ ਜੀ ਦੀ ਉਮਰ ਵੀ ਬਹੁਤ ਲੰਮੇਰੀ ਹੋਈ ਹੈ ਇਹਨਾਂ ਦੀ। ਤੇ ਪੰਜਵੇਂ ਪਾਤਸ਼ਾਹ ਮਹਾਰਾਜ ਤੱਕ ਸਰੀਰ ਰੂਪ ਵਿੱਚ ਰਹੇ ਨੇ ਗੁਰੂ ਪੁੱਤਰ। ਜਿਵੇਂ ਬਾਬਾ ਸ੍ਰੀ ਚੰਦ ਜੀ, ਉਹਨਾਂ ਦੀ ਉਮਰ ਵੀ ਬਾਬਾ ਬੁੱਢਾ ਜੀ, ਜਿਵੇਂ ਇਸ ਤਰ੍ਹਾਂ ਇਹ ਛੇਵੇਂ ਪਾਤਸ਼ਾਹ ਤੱਕ ਰੂਹਾਂ ਸਰੀਰ ਰੂਪ ਵਿੱਚ ਰਹੀਆਂ। ਇਹ ਭਾਈ ਸਮਾਂ ਜਦੋਂ ਬਾਬਾ ਮੋਹਰੀ ਜੀ ਆ ਗਏ ਹਨ, ਬ੍ਰਿਧ ਦੇਖ ਅਲਾਵੈ, ਤਾਂ ਜੋ ਦੇਖਿਆ ਬਾਬਾ ਬੁੱਢਾ ਜੀ ਹੈ, ਕਹਿਣ ਲੱਗੇ ਕਿਉਂ ਛੇੜਤ ਹੋ ਇਨਹੋਂ ਕੋ, ਵੀ ਬਾਬਾ ਜੀ ਕਿਉਂ ਇਹਨਾਂ ਨੂੰ ਤੁਸੀਂ ਛੇੜਦੇ ਹੋ। ਮਤ ਸਰਾਪ ਅਲਾਵੈ, ਇਹਨਾਂ ਦਾ ਪਤਾ ਨਹੀਂ ਹੈ, ਮਤਾ ਕੋਈ ਐਸਾ ਸਰਾਪ ਦਾ ਬਚਨ ਕਰ ਦੇਣ। ਸੁਨ ਬ੍ਰਿਧ ਮੋਹਰੀ ਬਾਕ ਕੋ, ਬਾਬਾ ਬੁੱਢਾ ਜੀ ਨੇ ਸੁਣਿਆ ਬਾਬੇ ਮੋਹਰੀ ਜੀ ਦੇ ਇਸ ਬਚਨ ਨੂੰ। ਪਦ ਬੰਧਨ ਕੀਨੀ, ਤੇ ਚਰਨਾਂ ਤੇ ਨਮਸਕਾਰ ਕੀਤੀ। ਨਮੋ ਮੋਹਰੀ ਕੋ ਕਰੀ, ਫਿਰ ਬਾਬਾ ਮੋਹਰੀ ਜੀ ਨੂੰ ਵੀ ਨਮਸਕਾਰ ਕੀਤੀ। ਮਹਿਮਾ ਵੱਡ ਚੀਨੀ, ਵੱਡੀ ਮਹਿਮਾ ਨੂੰ ਜਾਣਿਆ ਹੈ। ਗੁਰਬਾਣੀ ਨਹਿ ਕਰ ਨਹਿ ਹੈ, ਇਹ ਗੁਰਬਾਣੀ ਜੋ ਹੈ ਉਹ ਲੈਣ ਆਏ ਹੈ, ਉਹ ਨਹੀਂ। ਔਰ ਵਿਖੈ ਵਿਚਾਰਾ, ਇਹ ਵਿਚਾਰ ਲਿਆ। ਗੁਰਬਾਣੀ ਕਰ ਨਹਿ ਹੈ, ਇਹ ਗੁਰਬਾਣੀ ਨਹੀਂ ਹੱਥ ਵਿੱਚ ਆਵੇਗੀ, ਪੋਥੀਆਂ ਨਹੀਂ ਮਿਲਣੀਆਂ। ਔਰ ਵਿਖੈ ਵਿਚਾਰਾ, ਹਿਰਦੇ ਵਿੱਚ ਇਹ ਵਿਚਾਰ ਲਿਆ। ਚੱਲਿਓ ਸੁਧਾ ਸਰ ਕੋ ਬਾਹਰ, ਫਿਰ ਸੁਧਾ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਗੁਰ ਕੇ ਦਰਬਾਰਾ, ਗੁਰੂ ਮਹਾਰਾਜ ਦੇ ਦਰਬਾਰ ਵਿੱਚ। ਸ੍ਰੀ ਅਰਜਨ ਸੋ ਮਿਲਿਓ ਤਬ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਫਿਰ ਮਿਲੇ। ਪਾਦ ਬੰਧਨ ਠਾਨੀ, ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਕਹੀ ਵਾਰਤਾ ਸਗਰਹੀ, ਸਾਰੀ ਗੱਲ ਦੱਸ ਦਿੱਤੀ। ਪਾਏ ਨਾ ਗੁਰਬਾਨੀ, ਮਹਾਰਾਜ ਗੁਰਬਾਣੀ ਪੋਥੀਆਂ ਨਹੀਂ ਪ੍ਰਾਪਤ ਹੋਈਆਂ। ਨਹਿ ਸਮਾਧ ਤਿਸ ਕੀ ਖੁੱਲੈ, ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਮਹਾਰਾਜ ਖੁੱਲੀ।
ਜਾਚੈ ਕਿਸ ਪਾਸੀ। ਇਹ ਪੋਥੀਆਂ ਦੱਸੋ ਕੀ ਤੋਂ ਪ੍ਰਾਪਤ ਕਰਦੇ, ਮੰਗਦੇ ਕਿਸ ਤੋਂ। ਕੋ ਦੇਵੈ ਸਭ ਪੋਥੀਆਂ। ਮਹਾਰਾਜ ਕੌਣ ਦੇਊ ਇਸ ਤਰ੍ਹਾਂ ਸਾਰੀਆਂ ਪੋਥੀਆਂ। ਕਿਸ ਕਰੈ ਹੁਲਾਸੀ। ਕੌਣ ਮਹਾਰਾਜ ਇਸ ਤਰ੍ਹਾਂ ਉਹਨਾਂ ਨੂੰ ਹੁਲਾਸ ਵਿੱਚ ਕਰ ਸਕਦਾ ਹੈ। ਤੋਰ ਕਵਾਰ ਪ੍ਰਵੇਸ਼ਿਉ। ਮਹਾਰਾਜ ਦਰਵਾਜ਼ਾ ਭੰਨ ਕੇ ਅੰਦਰ ਵੀ ਚਲੇ ਗਏ। ਬਹੁ ਬਾਰ ਹਲਾਇਓ। ਬਹੁਤ ਵਾਰ ਉਹਨਾਂ ਨੂੰ ਹਲਾਇਆ ਵੀ। ਧਿਆਨ ਖੁੱਲਿਓ ਨਹਿ ਤਿਸੀ ਕੋ। ਮਹਾਰਾਜ ਬਾਬਾ ਮੋਹਨ ਜੀ ਦੀ ਧਿਆਨ ਸਮਾਧੀ ਨਹੀਂ ਖੁੱਲੀ। ਮੈਂ ਹਟ ਕਰ ਆਇਓ। ਇਸ ਕਰਕੇ ਮਹਾਰਾਜ ਮੈਂ ਤੇ ਫਿਰ ਵਾਪਸ ਆ ਗਿਆ ਹਾਂ, ਹੁਣ ਤੁਸੀਂ ਵੀ ਕਿਰਪਾ ਕਰੋ। ਫਿਰ ਮਹਾਰਾਜ ਆਪ ਗਏ। ਗੁਰਬਾਣੀ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਲਿਆਂਦੀਆਂ। ਇਤਿਹਾਸ ਆਪਾਂ ਕੱਲ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੋ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।